वासियों जागो। पिछली गौरमेंट सी वो बादल साहब जी वादे करते चले गए, वो हुण कांग्रेस आ गई, कांग्रेस वादे करी। मतलब दो ही जिन्नियां भी गौरमेंट सब झूठियां ने, एक दूसरे ते इल्जाम लाई जाते हैं। गौरमेंटा सारियां चोर ने, मोदी है वो भी चोर है। कितना बीबी गुजारा करते हो तुसी? गुजारा साडा बहुत मुश्किल चलदा है, बंदा सिर ते नहीं हैगा। कदी इत्थे चौंते ते बिठाल के तुसी पुछया बई पहला तो जेडे लारे लाए सी उन्हां चों तो कोई नहीं कीता, बई हुण पहला ਆਪਾਂ ਹਿਸਾਬ ਕਿਤਾਬ? हाँ जी, नहीं पुछया। साडे च ਇਹੀ ਖਾਮੀਆਂ, ਜਦੋਂ ਅਸੀਂ ਵੋਟਾਂ ਲੈਣ ਆਉਂਦੇ ਅਸੀਂ ਉਸ ਵੇਲੇ ਗੱਲਾਂ ਸਾਨੂੰ ਗੱਲਾਂ 'ਚ ਪਾ ਕੇ ਛੱਡ ਜਾਂਦੇ ਆ। ਜਦੋਂ ਆਉਂਦੇ ਆ ਵੋਟਾਂ ਲੈਣ, ਜਦੋਂ ਅਸੀਂ ਕਹੀਦਾ ਵੋਟਾਂ ਤੋਂ ਬਗੈਰ ਵੀ ਸੱਦਿਆ ਜਾ ਸਕਦਾ? ਵੋਟਾਂ ਦੇ ਬਗੈਰ ਕੋਈ ਨਹੀਂ ਇੱਥੇ ਆਉਂਦਾ। ਮੰਮਾ ਕਹਿੰਦੇ ਸੀ ਵਕੀਲ ਬਣਾਉਣਾ ਇੱਕ, ਤੇ ਡੈਡੀ ਹੈ ਨਹੀਂ ਸਿਰ ਤੇ। ਅਸੀਂ ਬਹੁਤ ਔਖਾ ਗੁਜ਼ਾਰਾ ਕਰ ਰਹੇ ਹਾਂ ਇਸ ਟਾਈਮ। ਇੱਕ ਤਾਂ ਸਾਡੇ ਘਰ ਦੇ ਮੋਹਰੇ ਛੱਪੜ ਆ, ਉਹਦੀ ਕੋਈ ਸਫਾਈ ਨਹੀਂ ਹੈਗੀ। ਕਦੋਂ ਤੱਕ ਸਾਡੇ ਐਸੀ ਮਹੱਲੇ ਜਿਹੜੇ ਨੇ ਉਹ ਛੱਪੜਾਂ ਦੇ ਕੰਢੇ ਰਹਿਣਗੇ? ਇਸ ਕਰਕੇ ਬੱਚਿਆਂ ਦਾ ਮਾੜਾ ਭਵਿੱਖ ਆ, ਕੋਈ ਪੜ੍ਹਾਈਆਂ ਨਹੀਂ, ਕੋਈ ਐਜੂਕੇਸ਼ਨ ਨਹੀਂ ਹੈਗੀ, ਕੋਈ ਫੀਲਡ ਸਾਰਾ ਫੇਲ ਆ। ਅਸੀਂ ਉਹਨਾਂ ਦੇ ਭਰੋਸੇ ਬੈਠੇ ਰਹੇ ਵੀ ਚਲੋ, ਜਦੋਂ ਇੰਨੀਆਂ ਜਾਨੀ ਗੱਲਾਂ ਇੰਨੀਆਂ ਕਰਦੇ ਵੀ ਬੰਦਾ ਕਹਿੰਦੇ ਵੀ ਇਹ ਸਹੀ ਆ। तिहत्तर साल की आज़ादी तो बाद भी लोगों को सरकारां पानी नहीं दे सकियां अजे तक। ये रोजगार किसी को नहीं मिलना है। ये जिहड़ी सरकार है ना, ये अपने खाण दे काम ज़्यादा करती, दूसरा गरीब जनता नूं तो बिल्कुल नहीं पुछदी हैगी। साडे बच्चे जिहड़े रोजगार की खातर तड़फदे आ, बाहर विदेशों दे विच जांदे आ। असीं क्यों विदेशों नूं जाइए जे साडे बच्चों को रोजगार होवे। लोग इहनूं वोट समझते आ, ये वोट नहीं गी असल च। लोगों को जिद्दण समझ आ गई फिर कोई रोना भी नहीं रह गया। ये है मतदान, असीं अपनी अकल दान करते हैं। हुण जिद्दां दा असीं दान करना उदां दा असीं फल पालना। साडी मंग जिहड़ी लोक डिमांड खाणिਆਂ तक वा, हुण बिजली तक वा जी। वो बिजली 300 यूनिट लैके उन्हां किते तुहाडी रोटी चल जानी आ। गलियां नालियां 5 साल बाद इहदे चों की कढणा मैनूं दसो। इस स्कूल दे विच किन्नियां पोस्ट रखिया सी तुसी? 27। तुसी तुहाडे स्कूल दे विच किन्ने अध्यापक ने? 4 आ सरकारी, बाकी 6 प्राइवेट रखे हो नहीं पिंड वालियां ने। ना एजुकेशन उत्थे सानू चंगे तरीके नाल मिलदी, बस चल जांदे बैठ के आ जांदे आ। इधर जे स्टूडेंट वधिया परफॉर्म भी करता है ना, दैन जेडे MLA वगैरह या MP आ, वो अपने स्टूडेंट्स नूं सीट दवा देंदे आ। MLA वगैरह आंदे भी आ, जो उन्होंने लैटर वगैरह लिख के भी दो ना, साडे पिंड विच आ प्रॉब्लम आ या तुसीं सल्यूशन दो कोई, वो कह देंगे ओके ठीक आ, मुड़ के नहीं आंदे हैगे। MP MLA इन्ने अवेलेबल ही नहीं है, सिर्फ प्रोग्राम्स ते जांदे जिथे उन्होंने मनी मिलती है। लगता कि ਜਿਹੜੇ ਬੱਚੇ ਸਾਡੇ ਅੱਜ ਪੜ੍ਹੇ ਲਿਖੇ ਨੇ, ਉਹ ਡਿਗਰੀ ਡਿਪਲੋਮੇ ਕੀਤੇ ਨੇ, ਜਦੋਂ ਇੱਥੇ ਜੌਬ ਨਹੀਂ ਮਿਲਦੀ ਤੁਹਾਨੂੰ ਆਈਲੈਟ ਕਰਕੇ ਵਿਦੇਸ਼ ਜਾਣਾ ਪੈਂਦਾ ਮਜਬੂਰੀ ਬਸ। मतलब कि जाना गलत भी नहीं हैगा, मतलब कि जे इत्थे सारियां फैसिलिटीज़ मिलन तां लोग बाहर काते जाण। कांची टीवी देख रहे सारे ਸਰੋਤਿਆਂ ਦਾ ਸਵਾਗਤ ਹੈ। मैं ਤੁਹਾਡਾ ਆਪਣਾ ਨਰਮਲ ਗੁੜਾ। जय गुरदेव धन गुरदेव। ਅੱਜ ਅਸੀਂ ਜ਼ਿਲ੍ਹਾ ਜਲੰਧਰ ਤੇ ਹਲਕਾ ਫਲੋਰ ਦੇ ਪਿੰਡ ਇੱਕ ਐਸੀ ਮਹੱਲੇ ਦੇ ਵਿੱਚ ਖੜੇ ਆ। ਆਓ ਪੁੱਛਦੇ ਆ ਤੇ ਨਾਲ ਇਹ ਸਰਚ ਕਰਦੇ ਆ, ਦੇਖਦੇ ਆ ਕਿ ਜਿਹੜੀ ਪਿਛਲੀ ਸਰਕਾਰ ਵੇਲੇ ਵਾਅਦੇ ਕੀਤੇ ਸੀਗੇ, ਘਰ ਘਰ ਨੌਕਰੀ, 2500 ਰੁਪਈਆ ਬਜ਼ੁਰਗਾਂ ਦੀ ਪੈਨਸ਼ਨ, ਵਿਧਵਾ ਦੀ ਪੈਨਸ਼ਨ, 51,000 ਰੁਪਈਆ ਧੀਆਂ ਦੀ ਲੜਕੀ ਦੇ ਉੱਤੇ ਸ਼ਗਨ ਸਕੀਮ ਤੇ ਹੋਰ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਸੀਗੀਆਂ ਕੀ ਲਾਗੂ ਕੀਤੀਆਂ। ਉਦੋਂ ਪਹਿਲਾਂ ਵੀ ਜਿਹੜੀ ਸਰਕਾਰ ਸੀਗੀ ਉਹਨਾਂ ਦੇ ਵੀ ਜਿਹੜੇ ਵਾਅਦੇ ਸੀਗੇ ਕੀ ਉਹਨਾਂ 'ਚੋਂ ਕੋਈ ਪੂਰਾ ਹੋਇਆ, ਤੇ ਨਾਲ ਅਸੀਂ ਦੇਖਦੇ ਹਾਂ ਕਿ ਲੋਕ ਕਿਵੇਂ ਗੁਜ਼ਾਰਾ ਕਰਦੇ ਆ ਅੱਜ ਦੇਸ਼ ਦੀ 73 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ। ਤੇ ਨਿੱਕੇ ਨਿੱਕੇ ਨੰਨੇ ਮੁੰਨੇ ਬੱਚੇ, ਬੜਾ ਤਰਸ ਆਉਂਦਾ ਉਦੋਂ ਜਦੋਂ
ਇਹਨਾਂ ਦੀ ਦਾਦੀ ਸੜਕ ਤੇ ਖੜੀ ਹੁੰਦੀ ਆ ਆਪਣੇ ਪੋਤੇ ਨੂੰ ਪੀਲੀ ਬੱਸ ਜਾਨੀ ਸਕੂਲ ਦੀ ਬੱਸ ਦੇ ਵਿੱਚ ਬਿਠਾਉਣ ਦੇ ਵਾਸਤੇ। ਉਸ ਬੱਚੇ ਲੜਕੀ ਲੜਕੇ ਦੇ ਟਾਈ ਬੂਟ ਸ਼ੂਟ ਸੋਹਣੇ ਕੱਪੜੇ ਪਾਏ ਹੁੰਦੇ ਆ, ਪਰ ਉਹਨਾਂ ਬੱਚਿਆਂ ਵੱਲ ਦੇਖ ਕੇ ਮਾਪਿਆਂ ਵੱਲ ਦੇਖ ਕੇ ਮਨ ਖਰਾਬ ਉਦੋਂ ਹੁੰਦਾ ਹੈ ਜਿਹੜੇ ਇਹਨਾਂ ਤੋਂ ਪਹਿਲਾਂ ਪੜ੍ਹੇ ਹੋਏ ਬੱਚੇ ਨੇ, ਡਿਗਰੀ ਡਿਪਲੋਮਾ ਹੋਲਡਰ ਬੱਚੇ ਨੇ, ਉਹ ਅੱਜ ਜੇ ਬੇਰੁਜ਼ਗਾਰ ਵਾ ਤਾਂ ਇਹਨਾਂ ਬੱਚਿਆਂ ਦਾ ਕੀ ਬਣੇਗਾ। ਪੂਰੀ ਦੁਨੀਆ ਦੇ ਵਿੱਚ ਚਿੰਤਕ ਲੋਕਾਂ ਨੂੰ ਇਹਨਾਂ ਦੇਸ਼ ਵਾਸੀਆਂ ਦੀ ਚਿੰਤਾ ਹੈ। ਤੇ ਆਓ ਅਸੀਂ ਦੇਖਦੇ ਹਾਂ ਕਿ ਇਸ ਨਗਰ ਦੇ ਜਿਹੜੇ ਲੋਕ ਹੈਗੇ ਨੇ ਉਹਨਾਂ ਦੀਆਂ ਮੰਗਾਂ, ਉਹਨਾਂ ਦੀਆਂ ਭਾਵਨਾਵਾਂ ਕਿਹੋ ਜਿਹੀਆਂ ਨੇ। ਬਹੁਤ ਸਾਰੇ ਪਿੰਡਾਂ ਦੇ ਵਿੱਚ ਦੇਖ ਰਹੇ ਹਾਂ ਕਿ ਲੀਡਰਾਂ ਨੇ ਉਹਨਾਂ ਨੂੰ ਨੀਲੇ ਪੀਲੇ ਕਾਰਡਾਂ ਵਿੱਚ ਹੀ ਉਲਝਾ ਕੇ ਰੱਖਿਆ, ਤੇ ਇਸ ਪਿੰਡ ਦੇ ਵਿੱਚ ਦੇਖਦੇ ਹਾਂ ਕਿ ਲੋਕਾਂ ਦੀਆਂ ਭਾਵਨਾਵਾਂ ਕਿੱਦਾਂ ਦੀਆਂ ਨੇ। ਸਭ ਤੋਂ ਪਹਿਲਾਂ ਮਿਲਦੇ ਹਾਂ ਸਰਦਾਰ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ। ਹਾਂਜੀ ਕੀ ਇਹ ਬਹੁਤ ਖੁਸ਼ ਲੱਗਦੇ ਨੇ। ਸਰਕਾਰ ਨੇ ਸਾਰੀਆਂ ਸਕੀਮਾਂ ਕੱਲੀਆਂ ਇਹਨਾਂ ਨੂੰ ਦੇ ਦਿੱਤੀਆਂ ਲੱਗਦੀਆਂ, ਬਾਕੀ ਜਿਹੜਾ ਪਿੰਡ ਇਹ ਕਿਵੇਂ ਗੁਜ਼ਾਰਾ ਕਰ ਰਹੇ ਹੋ ਅੱਜ ਤੁਸੀਂ ਪਿੰਡਾਂ ਗੁਜ਼ਾਰੇ ਵਾਲੀ ਗੱਲ ਤਾਂ ਮਹਾਰਾਜ ਜੀ ਕੋਈ ਕਹਿਣ ਵਾਲੀ ਨਹੀਂ ਹੈਗੀ, ਸਾਰਿਆਂ ਨੂੰ ਜਿਹਦਾ ਹੀ ਜੋ ਕੁਝ ਹੈਗਾ ਅਸੀਂ ਬਾਰ-ਬਾਰ ਦੱਸੀਏ ਉਹਦਾ ਤਾਂ ਕੋਈ ਫਾਇਦਾ ਨਹੀਂ। ਪਿਛਲੀ ਗਵਰਨਮੈਂਟ ਸੀਗੀ ਉਹ ਬਾਦਲ ਸਾਹਿਬ ਜੀ ਵਾਅਦੇ ਕਰਦੇ ਚਲੇ ਗਏ, ਉਹ ਹੁਣ ਕਾਂਗਰਸ ਆ ਗਈ, ਕਾਂਗਰਸ ਵਾਅਦੇ ਕਰੀ, ਮਤਲਬ ਦੋ ਹੀ ਜਿੰਨੀਆਂ ਵੀ ਗਵਰਨਮੈਂਟ ਸਭ ਝੂਠੀਆਂ ਨੇ, ਇੱਕ ਦੂਜੇ ਤੇ ਇਲਜ਼ਾਮ ਲਾਈ ਜਾਂਦੇ ਨੇ। ਤੇ ਉਹ ਜਿਹੜਾ ਵੀ ਆਉਂਦਾ ਵਾ ਜੀ ਮੈਂ ਆਹ ਕਰੂੰਗਾ ਮੈਂ ਆਹ ਕਰੂੰਗਾ, ਸਾਰੇ ਬੜੀਆਂ ਸਕੀਮਾਂ ਦੱਸਦੇ ਨੇ। ਬਾਦਲ ਜੀ ਬੜੇ ਨਿੱਕੇ ਨਿੱਕੇ ਬੱਚਿਆਂ ਦੇ ਹੱਥ ਰੱਖ ਕੇ ਬੱਚੇ ਇੱਦਾਂ ਫਿਰਦੇ ਆ, ਔਰ ਅੱਜ ਵੀ ਬੱਚੇ ਇੱਦਾਂ ਫਿਰਦੇ, ਜਦੋਂ ਬਾਦਲ ਸੀ ਉਦੋਂ ਵੀ ਇੱਦਾਂ ਫਿਰਦੇ ਸੀ। ਨੀਲੇ ਕਾਰਡ ਉਹਨਾਂ ਦੇ ਬਣ ਗਏ ਜਿਨ੍ਹਾਂ ਕੋਲ ਗੁੰਜਾਇਸ਼ ਹੈਗੀ ਆ, ਜਿਨ੍ਹਾਂ ਕੋਲ ਨਹੀਂ ਗਿਆ ਉਹਨਾਂ ਦਾ ਨੀਲਾ ਕਾਰਡ ਵੀ ਨਹੀਂ ਬਣਿਆ। ਸਭ ਜਾਣੀ 420 ਦੀ ਗੱਲ ਹੈ ਜੀ। ਮੈਂ ਤਾਂ ਇਹੀ ਕਹੂੰਗਾ, ਹੋਰ ਮੈਂ ਜ਼ਿਆਦਾ ਕੁਝ ਨਹੀਂ ਬੋਲਦਾ। ਸਤਿ ਸ਼੍ਰੀ ਅਕਾਲ। ਜਿਵੇਂ ਤੁਸੀਂ ਕਿਹਾ ਕਿ ਸਾਰੇ ਹੀ ਚੋਰ ਨੇ, ਚੋਰਾਂ ਤੋਂ ਬਚਿਆ ਕਿਵੇਂ ਜਾਵੇ? ਲੋਕਾਂ ਨੇ ਅਕਸਰ ਕਿੰਨਾ ਕੁ ਚਿਰ ਲੁੱਟ ਹੁੰਦੇ ਰਹਿਣਗੇ, ਕਿੰਨਾ ਕੁ ਚਿਰ ਚੋਰੀ ਹੁੰਦੀ ਰਹੂਗੀ? ਕੋਈ ਤਰੀਕਾ ਹੈ? ਜਿਵੇਂ ਤੁਹਾਡਾ ਬੜਾ ਤਜਰਬਾ, ਸਿਆਣੇ ਹੋ ਤੁਸੀਂ, ਚੋਰਾਂ ਤੋਂ ਬਚਿਆ ਕਿੱਦਾਂ ਜਾਵੇ, ਇਹਦਾ ਕੀ ਹੱਲ ਹੈ? ਚੋਰਾਂ ਤੋਂ ਬਚਣ ਵਾਲੀ ਮੈਨੂੰ ਤਾਂ ਲੱਗਦੀ ਨਹੀਂ ਕੋਈ ਗੱਲ ਹੈ ਵੀ ਮੁਸ਼ਕਿਲ ਗੱਲ ਆ, ਕਿਉਂਕਿ ਜਿਹੜਾ ਚੋਰ ਹੁੰਦਾ ਬੜਾ ਹੁਸ਼ਿਆਰ ਹੁੰਦਾ, ਜਿਹੜਾ ਬੰਦਾ ਅਣਜਾਣ ਆ ਉਹ ਅਣਜਾਣਾ ਹੀ ਹੁੰਦਾ ਆ, ਤੇ ਉਹਨੇ ਕੋਈ ਨਾ ਕੋਈ ਸਿਮ ਕੱਢੇ ਲੈਣੀ। ਫਿਰ ਵੀ ਸਾਡੇ ਲੋਕਾਂ ਨੂੰ ਪਤਿਆਪ ਦੂਗੇ ਕਿਸ ਤਰ੍ਹਾਂ ਵੋਟਾਂ ਲੈ ਲੈਣੀਆਂ, ਮੁੜ ਕੇ ਫੇਰ ਨਹੀਂ। ਆ ਮੇਰਾ ਖਿਆਲ ਹੈ ਆਪਰਾ ਸਾਡੇ ਸੜਕ ਬਣੇ ਨੂੰ 10 ਸਾਲ ਹੋ ਗਏ ਉਹਨੇ, 10 ਸਾਲ ਰੋੜੇ ਖਿਲਰੇ ਪਏ ਆ, ਕੋਈ ਮੋਟਰਸਾਈਕਲ ਤੇ ਨਹੀਂ ਜਾ ਸਕਦਾ, ਗੱਡੀ ਤਾਂ ਇੱਕ ਪਾਸੇ ਰਹੀ। ਬੜੀ ਪ੍ਰੋਬਲਮ ਹੈ ਜਾਣ ਆਉਣ ਦੀ ਵੀ। ਕੋਈ ਵੀ ਜਦੋਂ ਆਉਂਦੇ ਵੋਟਾਂ ਲਈ ਹਰ ਘਰ ਨੂੰ ਅਸੀਂ ਆਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਮੁੜ ਕੇ ਕੋਈ ਸ਼ਕਲ ਹੀ ਨਹੀਂ ਦਿਖਾਉਂਦਾ। ਵੋਟਾਂ ਲੈਣ ਲਈ ਤਾਂ ਆਉਂਦੇ ਨੇ, ਵੋਟਾਂ ਲੈਣ ਲਈ ਸਾਰਿਆਂ ਨੂੰ ਆ ਕੇ ਦੱਸਦੇ ਅਸੀਂ ਆਹ ਕਰਾਂਗੇ, ਅਸੀਂ ਉਹ ਕਰਾਂਗੇ, ਪਰ ਜਿਸ ਵੇਲੇ ਵੋਟਾਂ ਦੇ ਉੱਤੇ ਕਾਮਯਾਬ ਹੋ ਜਾਂਦੇ ਵੋਟਾਂ ਪਵਾ ਕੇ, ਬਾਅਦ ਵਿੱਚ ਕੋਈ ਨਹੀਂ ਆਉਂਦਾ ਦੇਖਣ ਵਾਸਤੇ ਵੀ ਕੀ ਹੈਗਾ ਇਹਨਾਂ ਕੋਲ ਕੀ ਨਹੀਂ ਹੈਗਾ। ਕੋਈ ਨਹੀਂ ਆਉਂਦਾ, ਵੋਟਾਂ ਵੇਲੇ ਆਉਂਦੇ ਨੇ। ਦੇਸ਼ ਨੂੰ ਪੈਰਿਸ ਬਣਾਉਣਾ ਹੈ, ਪਾਣੀ ਵਾਲੀਆਂ ਬੱਸਾਂ ਚਲਾਉਣੀਆਂ ਨੇ, ਮਲਾਈ ਵਰਗੇ ਰੋਡ ਬਣਾਉਣੇ ਨੇ। ਉਹ ਲਾਰੇ ਸੁਣ ਕੇ ਇਹ ਲੋਕ ਜਿਹੜੇ ਮੇਰੇ ਆਲੇ ਦੁਆਲੇ ਖੜੇ ਨੇ 5 ਸਾਲ ਬਾਅਦ ਫੇਰ ਵੋਟਾਂ ਪਾ ਦਿੰਦੇ ਨੇ। ਆਪ ਦੱਸ ਰਹੇ ਨੇ ਕਿ ਚੋਰੀ ਹੋ ਰਹੇ, ਅਸੀਂ ਲੁੱਟ ਹੋ ਰਹੇ ਆ, ਉਹਦਾ ਹੱਲ ਕੀ ਆ? ਆਪਾਂ ਇਹਨਾਂ ਕੋਲੋਂ ਹੀ ਪੁੱਛਣਾ ਵੀ ਜੇ ਇਦਾਂ ਹੀ ਲੁੱਟ ਹੁੰਦੇ ਰਹੇ, ਚੋਰੀ ਹੁੰਦੀ ਰਹੀ, ਤਾਂ ਜਿਵੇਂ 73 ਸਾਲ ਬੀਤ ਚੁੱਕੇ ਨੇ, ਬਹੁਤ ਜ਼ਿਆਦਾ ਲੁੱਟ ਹੋ ਚੁੱਕੇ ਨੇ। ਅੱਜ ਬੱਚਿਆਂ ਦੇ ਹਾਲਾਤ ਜਿਹੜੇ ਉਹਨਾਂ ਤੋਂ ਅੰਦਾਜ਼ਾ ਲੱਗਦਾ, ਤੇ ਇਦਾਂ ਹੀ ਹੋਰ ਵੀ 100 ਸਾਲ ਲੁੱਟ ਹੁੰਦੇ ਰਹਿਣਗੇ। ਆਪਾਂ ਇਹਨਾਂ ਕੋਲੋਂ ਹੀ ਸਵਾਲ ਪੁੱਛ ਲੈਣੇ ਨੇ। ਇਹ ਬੀਬੀ ਦੀਆਂ ਲੱਤਾਂ ਦੁਖਦੀਆਂ ਨੇ, ਕਿਉਂਕਿ ਦੇਖਿਆ ਜਾਵੇ ਤਾਂ ਉਦਾਂ ਦੀਆਂ ਖੁਰਾਕਾਂ ਨਹੀਂ ਮਿਲਦੀਆਂ ਕਿ ਇਨਸਾਨ ਜਿਹੜਾ ਹੈ ਵੀ ਤੰਦਰੁਸਤ ਹੋ ਸਕੇ। ਸਾਡੀ ਤੰਦਰੁਸਤੀ ਖੋਲੀ ਇਹਨਾਂ ਸਰਕਾਰਾਂ ਨੇ। ਕੋਈ ਚੱਜ ਦਾ ਹਸਪਤਾਲ ਨਹੀਂ, ਚੰਗੀ ਖੁਰਾਕ ਨਹੀਂ। ਕਦੀ ਇਹ ਨਹੀਂ ਹੋ ਸਕਦਾ ਕਿ ਸਾਨੂੰ ਸਾਰੇ ਤਰ੍ਹਾਂ ਦੀ ਖੁਰਾਕ ਮਿਲਦੀ ਹੋਵੇ। ਸਵੇਰ ਨੂੰ ਚਾਹ ਦੇ ਨਾਲ ਬਦਾਮ ਪਿਸਤਾ ਮਿਲਦਾ ਹੋਵੇ, ਸੌਗੀ ਮਿਲਦੀ ਹੋਵੇ, ਦਿਨ 'ਚ 2 ਵਾਰੀ ਜੂਸ ਮਿਲਦਾ ਹੋਵੇ, 1 ਵਾਰੀ ਫਰੂਟ ਮਿਲਦਾ ਹੋਵੇ, ਰੋਟੀ ਦੇ ਉੱਤੇ ਮੱਖਣ ਹੋਵੇ, ਤਦੇ ਸਾਡੇ ਕੋਲ ਖੜਨ ਦੀ ਹਿੰਮਤ ਹੋਵੇ। ਇਹ ਬੀਬੀ ਵੀ ਦੇਖ ਰਹੀ ਹੈ। ਬੀਬੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ। ਜੈ ਗੁਰਦੇਵ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੱਦਾਂ ਬੀਬੀ ਗੁਜ਼ਾਰਾ ਕਰਦੇ ਹੋ ਤੁਸੀਂ? ਗੁਜ਼ਾਰਾ ਸਾਡਾ ਬਹੁਤ ਮੁਸ਼ਕਲ ਚੱਲਦਾ ਆ, ਬੰਦਾ ਸਿਰ ਤੇ ਨਹੀਂ ਹੈਗਾ। ਜਦ ਵੀ ਵੋਟਾਂ ਲੈਣ ਦਾ ਟਾਈਮ ਹੁੰਦਾ ਆ, ਵਿਧਵਾ ਦੀਆਂ ਪੈਨਸ਼ਨਾਂ ਵਧਾਉਣੇ ਆ, ਵਿਧਵਾ ਨੂੰ ਅਸੀਂ ਆਹ ਦੇਵਾਂਗੇ, ਸਾਤੋਂ ਵੋਟਾਂ ਲੈ ਜਾਂਦੇ ਆ ਲਾਰੇ ਲਾ ਕੇ। ਸਾਡਾ ਬਹੁਤ ਇਹਨਾਂ ਨੇ ਬੁਰਾ ਹਾਲ ਕੀਤਾ ਆ। ਬੱਚਿਆਂ ਦਾ ਹਾਲਾਤ ਦੇਖੋ, ਸਵੇਰ ਦੇ ਅੱਜ ਪਾਣੀ ਤੋਂ ਇੱਦੇ ਬੈਠੇ ਪਿਆਸੇ, ਨਹਾਉਣ ਤੋਂ ਵੀ ਇੱਦੇ ਬੱਚੇ ਤਾਲੇ ਲੈਂਦੇ ਆ। ਪਸ਼ੂਆਂ ਨੂੰ ਪਾਣੀ ਵੀ ਨਹੀਂ ਪੀਣ ਨੂੰ ਮਿਲਦਾ। ਜਾ ਕੇ ਦੇਖੋ ਕਿੱਦਾਂ ਦੇ ਇਹਨਾਂ ਦੇ ਹਾਲਾਤ ਹੋਏ ਆ। ਜੇ ਗੌਰਮੈਂਟਾਂ ਦੇ ਹਾਲਾਤ ਇਦਾਂ ਦੇ ਹੋਣ ਤਾਂ ਸੜਕਾਂ ਦੇ ਉੱਤੇ ਆ ਕੇ ਪਿੱਟਣ, ਇਹਨਾਂ ਨੂੰ ਪਤਾ ਲੱਗੇ ਕਿਸ ਹਿਸਾਬ ਦੇ ਨਾਲ ਅਸੀਂ ਆਪਣੇ ਘਰਾਂ ਦੇ ਵਿੱਚ ਰਹਿੰਦੇ ਆ। ਆਪ ਹਰ ਇੱਕ ਬੰਦਾ ਏਸੀ ਦੇ ਵਿੱਚ ਪਿਆ, ਵੱਡੇ ਲੋਕਾਂ ਦੇ ਗੁਜ਼ਾਰੇ ਹੁੰਦੇ ਆ। ਆਪਣੀ ਨੰਨੀ ਮੁੰਨੀ ਜਾਤ ਦੇਖੋ, ਸਭ ਇੱਦੇ ਤੜਫਦੇ ਬੈਠੇ।
ਵਾਹਿਗੁਰੂ ਜੀ ਕਾ ਖਾਲਸਾ। ਬੀਬੀ ਇੱਕ ਇਦਾਂ ਆ ਵੀ ਦੇਖੋ ਤੁਹਾਡੇ ਹੱਥ ਦੇ ਵਿੱਚ ਇੱਕ ਸੰਵਿਧਾਨਕ ਸ਼ਕਤੀ ਹੈ ਬਹੁਤ ਵੱਡੀ। ਬੀਬੀ ਸੁਣੋ ਗੱਲ ਤੁਹਾਡੇ ਕੋਲ ਇੱਕ ਬਹੁਤ ਵੱਡੀ ਸ਼ਕਤੀ ਹੈ। ਜਿੱਦਾਂ ਤੁਸੀਂ ਕਿਹਾ ਵੀ ਸਾਨੂੰ ਪਿੱਟਣਾ ਪੈਂਦਾ, ਉਹਨਾਂ ਕੋਲ ਜਾਣਾ ਪੈਂਦਾ, ਧਰਨੇ ਲਾਉਣੇ ਪੈਂਦੇ ਨੇ, ਇਦਾਂ ਵੀ ਹੈ ਵੀ 5 ਸਾਲ ਦੀ ਸਰਕਾਰ ਬਣਦੀ ਆ। 5 ਸਾਲ ਬਾਅਦ ਜੇ ਉਹਨੇ ਕੰਮ ਨਹੀਂ ਕੀਤਾ ਉਹਨੇ ਤੁਹਾਡੇ ਕੋਲ ਫੇਰ ਆਉਣਾ ਹੁੰਦਾ। ਕਦੀ ਇੱਥੇ ਚੌਂਤੇ ਤੇ ਬਿਠਾਲ ਕੇ ਤੁਸੀਂ ਪੁੱਛਿਆ ਬਈ ਪਹਿਲਾਂ ਤਾਂ ਜਿਹੜੇ ਲਾਰੇ ਲਾਏ ਸੀ ਉਹਨਾਂ ਚੋਂ ਤਾਂ ਕੋਈ ਨਹੀਂ ਕੀਤਾ ਬਈ ਹੁਣ ਪਹਿਲਾਂ ਆਪਾਂ ਹਿਸਾਬ ਕਿਤਾਬ? ਹਾਂਜੀ ਨਹੀਂ ਪੁੱਛਿਆ। ਸਾਡੇ 'ਚ ਇਹੀ ਖਾਮੀਆਂ, ਜਦੋਂ ਅਸੀਂ ਵੋਟਾਂ ਲੈਣ ਆਉਂਦੇ ਅਸੀਂ ਉਸ ਵੇਲੇ ਸਾਨੂੰ ਗੱਲਾਂ 'ਚ ਪਾ ਕੇ ਛੱਡ ਜਾਂਦੇ ਆ। ਬੰਦਿਆਂ ਨੂੰ ਸ਼ਰਾਬਾਂ ਦੀਆਂ ਬੋਤਲਾਂ ਫੜਾ ਜਾਂਦੇ ਆ, ਆਹ ਤੁਹਾਨੂੰ ਲੈ ਕੇ ਦੇਵਾਂਗੇ, ਆਹ ਲੈ ਕੇ ਦੇਵਾਂਗੇ। ਸਾਡੇ ਹੱਕ ਅਸੀਂ ਆਪ ਉਹਨਾਂ ਨੂੰ ਦਿੰਨੇ ਆ, ਆਪ ਉਹਨਾਂ ਨੂੰ ਕਾਮਯਾਬ ਕਰਦੇ ਆ। ਸਾਡਾ ਕਸੂਰ ਸਾਡਾ ਆ, ਛੋਟੀਆਂ ਜਾਤਾਂ ਦਾ ਸਾਡਾ ਕਸੂਰ ਆ। ਇਸ ਵੇਲੇ ਐਮਐਲਏ ਮੰਤਰੀ ਸਭ ਪ੍ਰਧਾਨ ਅਸੀਂ ਬਣਾ ਕੇ ਰੱਖੇ। ਬੀਬੀ ਆ ਜਿਹੜਾ ਹਲਕਾ ਜਿਹੜਾ ਫਲੋਰ ਆ ਬੀਬੀ, ਇਹਦੇ ਵਿੱਚੋਂ ਜਿੱਦਾਂ ਤੁਸੀਂ ਕਿਹਾ ਵੀ ਅਸੀਂ ਛੋਟੀਆਂ ਜਾਤਾਂ, ਚਲੋ ਜਾਤਾਂ ਛੋਟੀਆਂ ਤਾਂ ਨਹੀਂ ਕਹਿਣਾ ਚਾਹੀਦਾ, ਉਦਾਂ ਐਸਸੀ ਉਦਾਂ ਬੀਬੀ ਐਸਸੀ ਇਹ ਹਲਕਾ ਵੀ ਐਸਸੀ ਆ। ਤੁਹਾਡੇ ਵਿੱਚੋਂ ਇੱਥੇ ਐਸਸੀ ਐਮਐਲਏ ਬਣਦਾ, ਐਸਸੀ ਐਮਪੀ ਬਣਦਾ, ਫੇਰ ਵੀ ਤੁਹਾਡੀ ਉਹਨੇ ਕਦੀ ਬਾਹ ਨਹੀਂ ਫੜੀ? ਨਹੀਂ ਫੜੀ, ਕਦੇ ਵੀ ਨਹੀਂ ਸਾਡੀ ਸੁਣਵਾਈ ਕੀਤੀ। ਅਸੀਂ ਜਦੋਂ ਆਹ ਸੜਕਾਂ ਬਣੀਆਂ, ਜਦੋਂ ਵੀ ਕਿਹਾ ਸਾਡੇ ਇੰਟਰਲੌਕ ਲੱਗਣੀ ਚਾਹੀਦੀ, ਕੁਛ ਨਹੀਂ ਸਾਡੀ ਇੱਥੇ ਸੁਣਵਾਈ ਕੀਤੀ। ਲਾਈਟਾਂ, ਹੁਣ ਅਸੀਂ ਵੀ ਲਾਈਟਾਂ ਦੀ ਫੇਰ ਮੰਗ ਕਰਦੇ ਆ। ਬਜ਼ੁਰਗ ਇੱਥੇ ਸਿਆਣੇ ਸਭ ਫਿਰਦੇ ਨੇਰ ਸਨੇਰੇ, ਕੁਛ ਨਹੀਂ ਸਾਡੀ ਸੁਣਵਾਈ ਕੋਈ ਵੀ ਕਰਦਾ। ਤੁਸੀਂ ਕਦੀ ਇੱਥੋਂ ਦਾ ਜਿਹੜਾ ਐਮਐਲਏ ਆ ਉਹ ਐਸਸੀ ਆ, ਜਿਹੜਾ ਐਮਪੀ ਆ ਉਹ ਵੀ ਐਸਸੀ ਆ, ਕਦੀ ਉਹਨੂੰ ਇੱਥੇ ਮਹੱਲੇ ਦੇ ਵਿੱਚ ਟੈਲੀਫੋਨ ਕਰਕੇ ਸੱਦਿਆ ਦੋਨਾਂ ਦੇ ਵਿੱਚੋਂ ਵੀ ਆ ਕੇ ਗੱਲ ਸੁਣ? ਜਦੋਂ ਆਉਂਦੇ ਆ ਵੋਟਾਂ ਲੈਣ, ਜਦੋਂ ਅਸੀਂ ਕਹੀਦਾ ਵੋਟਾਂ ਤੋਂ ਬਗੈਰ ਵੀ ਸੱਦਿਆ ਜਾ ਸਕਦਾ? ਵੋਟਾਂ ਦੇ ਬਗੈਰ ਕੋਈ ਨਹੀਂ ਇੱਥੇ ਆਉਂਦਾ। ਵੋਟਾਂ ਹੀ ਲੈਣ ਵੇਲੇ ਆਉਂਦੇ, ਉਸੇ ਵੇਲੇ ਸਾਡੀ ਸੁਣਵਾਈ ਕਰਦੇ, ਉਸੇ ਵੇਲੇ ਪੁੱਛਦੇ ਆ ਤੁਹਾਡੀਆਂ ਸੜਕਾਂ ਬਣਾਵਾਂਗੇ, ਤੁਹਾਨੂੰ ਪੈਨਸ਼ਨਾਂ ਵਧਾਵਾਂਗੇ, ਲਾਰੇ ਲਾ ਕੇ ਚੱਲ ਜਾਂਦੇ ਆ। ਸਾਡਾ ਕੋਈ ਸੁਣਵਾਈ ਨਹੀਂ ਇੱਥੇ ਕਰਦਾ। ਇੰਨੇ ਦੁਖੀ ਅਸੀਂ ਹੋਏ ਹਾਂ, ਹੱਦੋਂ ਬਾਹਰੇ ਦੁਖੀ ਹੋਏ ਹਾਂ। ਹੱਦੋਂ ਵਾਰੀ ਲੋਕ ਦੁਖੀ ਨੇ। ਤੇ ਬੱਚੇ ਕਿਹੜੀ ਕਲਾਸ 'ਚ ਪੜ੍ਹਦੇ ਹੋ? 7ਵੀਂ 'ਚ। 7ਵੀਂ 'ਚ ਪੜ੍ਹਦੇ ਹੋ ਤੇ ਵੱਡੇ ਹੋ ਕੇ ਕੀ ਬਣਨਾ? ਵੱਡੇ ਹੋ ਕੇ ਪਤਾ ਨਹੀਂ ਕੀ ਬਣੂਗੇ ਅਸੀਂ, ਪਰ ਵੈਸੇ ਚਾਹਤ ਤਾਂ ਹੈਗੀ ਦਿਲ 'ਚ। ਕੀ ਚਾਹਤ ਆ? ਵੀ ਕੁਝ ਮੰਮਾ ਲਈ ਕਰ ਸਕਦੇ ਆ। ਜਿਵੇਂ ਤੁਸੀਂ ਇਸ ਵੇਲੇ ਵੀ ਬੈਗ ਕਿੱਟ ਜਿਹੜੀ ਆ ਕਿਤਾਬਾਂ ਵਾਲੀ ਤੁਸੀਂ ਇਹ ਪਿੱਠੂ ਕਿੱਟ ਲਾਈ ਹੋਈ ਹੈ, ਲੱਗਦਾ ਕਿ ਤੁਸੀਂ ਟਿਊਸ਼ਨ ਤੇ ਆਏ ਹੋ, ਟਿਊਸ਼ਨ ਤੋਂ, ਕਿਉਂਕਿ ਸਕੂਲ ਬੰਦ ਹੈ। ਤੁਹਾਡੇ ਮਨ 'ਚ ਹੈ ਕੋਈ ਬਈ ਵੱਡੇ ਅਫਸਰ ਬਣਨਾ ਹੈਗਾ ਆ, ਜਾਂ ਕੋਈ ਪੁਲਿਸ ਅਫਸਰ, ਜਾਂ ਕੋਈ ਵਕੀਲ, ਕੋਈ ਜੱਜ, ਇਦਾਂ ਕੋਈ ਸੋਚਿਆ ਕਦੀ? ਹਾਂਜੀ, ਮੰਮਾ ਦੇ ਲਈ ਤਾਂ ਮੰਮਾ ਕਹਿੰਦੇ ਸੀ ਵਕੀਲ ਬਣਾਉਣਾ ਇੱਕ, ਤੇ ਡੈਡੀ ਹੈ ਨਹੀਂ ਸਿਰ ਤੇ। ਡੈਡੀ ਡੈਥ ਹੋਈ? ਨਹੀਂ, ਡੈਥ ਨਹੀਂ ਹੋਈ ਹੈਗੀ। ਤਲਾਕ ਹੋਇਆ? ਹਾਂ, ਨਹੀਂ ਤਲਾਕ ਵੀ ਨਹੀਂ ਹੋਇਆ, ਉਹਦੇ ਛੱਡ ਕੇ ਚਲੇ ਗਏ। ਅੱਛਾ, ਮੰਮੀ ਸਿਰ ਤੇ, ਮੰਮੀ ਪਾਲਦੀ ਤੁਹਾਨੂੰ ਹੈ? ਅਸੀਂ ਇੱਥੇ ਨਾਨੀ ਘਰ ਰਹਿੰਦੇ ਆ, ਨਾਨੀ ਕੇ ਰਹਿੰਦੇ। ਕਿੰਨੀਆਂ ਕੁੜੀਆਂ ਤੁਸੀਂ? ਅਸੀਂ 2 ਭੈਣਾਂ ਆ। ਭਰਾ ਕਿੰਨੇ ਆ? ਭਰਾ ਹੈ ਨਹੀਂ ਕੋਈ। ਮੰਮੀ ਕਿੱਥੇ ਤੁਹਾਡੀ? ਮੰਮਾ ਘਰੇ ਆ। ਬੁਲਾ ਕੇ ਲਿਆਓਗੇ? ਅੱਛਾ ਜੀ, ਬੁਲਾ ਕੇ ਲਿਆਓ। ਨਿੱਕੇ ਨਿੱਕੇ ਬੱਚੇ, ਮਾਪਿਆਂ ਤੇ ਕਿੰਨੀਆਂ ਆਸਾਂ ਹੋਣਗੀਆਂ ਕਿ ਸਾਡੀਆਂ ਧੀਆਂ ਵੱਡੀਆਂ ਹੋ ਕੇ ਅਫਸਰ ਬਣਨਗੀਆਂ, ਪਰ ਸਵਾਲ ਇਹ ਆ ਵੀ ਜਿਹੜੀਆਂ ਪਹਿਲਾਂ ਪੜੀਆਂ ਉਹਨਾਂ ਦੇ ਵਿੱਚੋਂ ਕਿੰਨੀਆਂ ਅਫਸਰ ਬਣੀਆਂ ਨੇ, ਕਿੰਨੀਆਂ ਬੇਰੁਜ਼ਗਾਰ ਨੇ ਸਾਡੀਆਂ ਧੀਆਂ। ਜਿਸ ਧੀ ਨੂੰ ਮਾਂ ਕਾਲਜ ਭੇਜਣ ਦੇ ਵਾਸਤੇ ਅੱਡੇ ਤੱਕ ਮਾਂ ਆਪ ਜਾਂਦੀ ਹੈ ਉਸ ਧੀ ਨੂੰ ਨਾਲ ਲੈ ਕੇ ਬੱਸੇ ਚੜਾਉਣ ਦੇ ਵਾਸਤੇ, ਅਫਸੋਸ ਕਿ ਉਸ ਧੀਆਂ ਨੂੰ ਵਿਦੇਸ਼ਾਂ ਦੇ ਵਿੱਚ ਨੌਕਰੀ ਕਰਨ ਦੇ ਲਈ ਜਾਣਾ ਪੈਂਦਾ ਜਿੱਥੇ ਕੋਈ ਨਹੀਂ ਹੁੰਦਾ। ਉਹ ਧੀਆਂ ਮੇਰੀ ਆਵਾਜ਼ ਇਸ ਵੇਲੇ ਸੁਣ ਰਹੀਆਂ ਹੋਣਗੀਆਂ, ਕਿੰਨੀਆਂ ਤੰਗੀਆਂ ਤੁਰਸ਼ੀਆਂ ਦੇ ਵਿੱਚੋਂ ਗੁਜ਼ਰ ਰਹੀਆਂ ਹੋਣਗੀਆਂ। ਉਹ ਨੌਜਵਾਨ ਵੀ ਕਿੰਨੇ ਤੰਗੀਆਂ ਤੁਰਸ਼ੀਆਂ ਦੇ ਵਿੱਚੋਂ ਗੁਜ਼ਰ ਰਹੇ ਹੋਣਗੇ। ਅਫਸੋਸ ਇਹ ਧੀਆਂ ਸਾਡੀਆਂ ਤਦ, ਸਾਡੇ ਨੌਜਵਾਨ ਤਦ ਵਿਦੇਸ਼ਾਂ ਨੂੰ ਜਾਂਦੇ ਨੇ ਉਸ ਦੇਸ਼ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਜਾਣ ਲਈ, ਜਦੋਂ ਇਸ ਦੇਸ਼ ਦੇ ਵਿੱਚ ਰੁਜ਼ਗਾਰ ਨਹੀਂ ਮਿਲਦਾ। ਤੇ ਹੋਰ ਵੀ ਇੱਥੇ ਮੇਰੇ ਕੋਲ ਨੇ ਮੈਡਮ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਿੱਦਾਂ ਗੁਜ਼ਾਰਾ ਕਰਦੇ ਹੋ ਇਸ ਮਹੱਲੇ ਦੇ ਲੋਕ? ਜਿਵੇਂ ਛੱਪੜ ਦੇ ਕੰਢੇ ਤੁਹਾਡੇ ਘਰ ਹੈਗੇ ਨੇ, ਮੱਖੀਆਂ ਭਿਣਕ ਰਹੀਆਂ, ਮੈਂ ਦੇਖ ਰਿਹਾ ਸੀਗਾ ਕਿ ਸਾਰਿਆਂ ਦੇ ਮੂੰਹ ਦੇ ਉੱਤੇ ਮੱਖੀਆਂ ਵੀ ਬੈਠੀਆਂ ਨੇ। ਕਿੱਦਾਂ ਗੁਜ਼ਾਰਾ ਕਰਦੇ ਹੋ ਤੁਸੀਂ? ਇੱਕ ਪਾਸੇ ਚੰਡੀਗੜ੍ਹ ਹੈ, ਇੱਕ ਪਾਸੇ ਮੋਹਾਲੀ ਹੈ, ਇੱਕ ਪਾਸੇ ਦਿੱਲੀ ਹੈ, ਇੱਕ ਪਾਸੇ ਅਰਬਨ ਸਟੇਟ ਹੈ। ਤੁਸੀਂ ਮਤਲਬ ਕਿਤੇ ਨਾ ਕਿਤੇ ਸਾਨੂੰ ਇਦਾਂ ਦੇ ਮੁਹੱਲਿਆਂ 'ਚ ਰਹਿਣਾ ਪੈਂਦਾ, ਤੇ ਕੀ ਕਹਿਣਾ ਚਾਹੋਗੇ? ਬਸ ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਕਿ ਅਸੀਂ ਬਹੁਤ ਔਖਾ ਗੁਜ਼ਾਰਾ ਕਰ ਰਹੇ ਹਾਂ ਇਸ ਟਾਈਮ। ਇੱਕ ਤਾਂ ਸਾਡੇ ਘਰ ਦੇ ਮੋਹਰੇ ਛੱਪੜ ਆ, ਉਹਦੀ ਕੋਈ ਸਫਾਈ ਨਹੀਂ ਹੈਗੀ, ਪੂਰਾ ਗੰਦਗੀ ਆ, ਮੱਛਰ ਆ, ਜੋ ਵੀ ਉਹਦੇ ਵਿੱਚ ਕੀੜੇ ਮਕੌੜੇ ਸਾਰੇ ਘਰਾਂ ਨੂੰ ਆਉਂਦੇ। ਮੈਡਮ ਜੀ, ਜਿੱਦਾਂ ਤੁਸੀਂ ਕਿਹਾ ਕਿ ਸਾਡੇ ਘਰਾਂ ਦੇ ਕੋਲ ਛੱਪੜ ਹੈ, ਕੀੜੇ ਮਕੌੜੇ ਆਉਂਦੇ ਨੇ, ਕਦੋਂ ਤੱਕ ਸਾਡੇ ਐਸੀ ਮਹੱਲੇ ਜਿਹੜੇ ਨੇ ਉਹ ਛੱਪੜਾਂ ਦੇ ਕੰਢੇ ਰਹਿਣਗੇ? ਐਸੀ ਲੋਕਾਂ ਦੇ ਵੀ ਕਦੀ ਅਰਬਨ ਸਟੇਟ ਦੇ ਵਿੱਚ ਘਰ ਬਣਨਗੇ? ਕਦੀ ਇਦਾਂ ਸੋਚਿਆ? ਕਾਰਨ ਕੀ ਲੱਗਦਾ ਵੀ ਜਿਹੜਾ ਸਾਨੂੰ ਛੱਪੜਾਂ ਦੇ ਕੰਢੇ ਰਹਿਣ ਦੇ ਲਈ ਮਜਬੂਰ ਆ ਸੀ? ਕਾਰਨ ਇਹ ਹੈ ਕਿ ਪਿੰਡ ਦੇ ਵਿੱਚ ਹੋਰ ਵੀ ਛੱਪੜ ਹੈਗੇ ਆ,
ਬਟ ਉਹਨਾਂ ਨੇ ਸਾਰਾ ਪਾਣੀ ਜੋ ਵੀ ਹੈਗਾ ਉਹ ਸਾਰਾ ਐਸੀ ਮਹੱਲੇ ਜਿਹੜਾ ਜਿੱਥੇ ਅਸੀਂ ਰਹਿ ਰਹੇ ਆ ਇਸ ਟਾਈਮ ਉੱਥੇ ਪਾਇਆ ਆ ਸਾਰਾ ਪਾਣੀ, ਤੇ ਇਹਦਾ ਕੋਈ ਨਿਕਾਸ ਨਹੀਂ ਹੈਗਾ ਪਾਣੀ ਦਾ। ਜਦੋਂ ਮੀਂਹ ਆਉਂਦਾ ਛੱਪੜ ਭਾ ਜਾਂਦਾ, ਪਾਣੀ ਅੰਦਰ ਆ ਜਾਂਦਾ, ਜੋ ਕਿ ਗੰਦ ਮੰਦ ਆ, ਮੱਛਰ ਸਾਰਾ ਕੁਝ ਅੰਦਰ ਹੀ ਆਉਂਦਾ। ਜਿਵੇਂ ਇੱਕ ਬੰਦਾ ਹੁਣੇ ਇੱਕ ਡੌਂਡੀ ਪਿੱਟ ਰਿਹਾ ਸੀ ਮੁਹੱਲੇ ਦੇ ਵਿੱਚ, ਉਹ ਇਹ ਕਹਿ ਰਿਹਾ ਸੀ ਵੀ ਸਾਡੇ ਬਿਜਲੀ ਨਹੀਂ ਆਉਂਦੀ, ਸਾਡੇ ਟੂਟੀਆਂ ਵਾਲੇ ਪਾਣੀ ਦੀ ਮੁਸ਼ਕਲ ਹੈ, ਸਾਡੇ ਵਿਕਾਸ ਹੈ ਨਹੀਂ। ਉਹ ਕਹਿ ਵੀ ਰਿਹਾ ਸੀ ਨਾਲ ਵੀ ਉੱਠੋ ਲੋਕੋ ਜਾਗੋ। ਉਹ ਕੀ ਕਹਿ ਰਿਹਾ ਸੀ? ਉਹ ਤਾਂ ਬਸ ਇਹੀ ਕਹਿ ਰਿਹਾ ਕਿ ਸਾਡੇ ਨਾਲ ਸਾਰੇ ਇਕੱਠ ਹੋ ਗਈ, ਸਾਰੇ ਸਾਡੇ ਨਾਲ ਚੱਲਣ ਕਿ ਅਸੀਂ ਪਿੰਡ ਦਾ ਕੋਈ ਨਿਕਾਸ ਕਰੀਏ, ਕਿਉਂਕਿ ਅੱਧੇ ਵਿੱਚ ਇਦਾਂ ਦੇ ਵੀ ਹੈਗੇ ਆ ਕਿ ਜਿਨ੍ਹਾਂ ਨੂੰ ਸਾਰੀਆਂ ਸਹੂਲਤਾਂ ਆ, ਅੱਧੇ ਪਿੰਡ ਦੇ ਵਿੱਚ ਇਦਾਂ ਦੇ ਲੋਕ ਵੀ ਹੈਗੇ ਆ ਕਿ ਜਿਨ੍ਹਾਂ ਦੇ ਕੋਲ ਕੁਝ ਵੀ ਨਹੀਂ ਹੈਗਾ। ਠੀਕ ਆ, ਤੇ ਇਸ ਕਰਕੇ ਕਿ ਅੱਧੇ ਨਾਲ ਤੁਰਦੇ ਆ ਤੇ ਅੱਧੇ ਤੁਰਦੇ ਨਹੀਂ ਹੈਗੇ, ਇਸ ਕਰਕੇ ਵੀ ਪਿੰਡ ਦਾ ਕੋਈ ਨਿਕਾਸ ਨਹੀਂ ਹੋ ਰਿਹਾ ਹੈਗਾ। ਤੇ ਮੇਨ ਗੱਲ ਹੁੰਦੀ ਆ ਪਿੰਡ ਦੀ ਪੰਚਾਇਤ ਤੇ, ਪਿੰਡ ਦੀ ਪੰਚਾਇਤ ਵੀ ਮੈਨੂੰ ਤਾਂ ਕੋਈ ਹਾਲੇ ਤੱਕ ਕੁਛ ਇਕੱਲੇ ਪਿੰਡ ਦੀ ਪੰਚਾਇਤ ਦੀ ਗੱਲ ਨਹੀਂ ਕਰਦੇ, ਆਪਾਂ ਪੂਰੇ ਦੇਸ਼ ਦੀ ਗੱਲ ਕਰਦੇ ਹੋ, ਪੂਰੇ ਪੰਜਾਬ ਦੀ ਗੱਲ ਕਰਦੇ ਹੋ। ਤੁਹਾਡਾ ਧੰਨਵਾਦ। ਭੈਣ ਜੀ ਤੁਸੀਂ ਇਹ ਦੱਸੋ ਵੀ ਜਿੱਦਾਂ ਤੁਸੀਂ ਹਰ ਸਾਲ ਹਰ 5 ਸਾਲ ਬਾਅਦ ਵੋਟਾਂ ਕੋਈ ਨਾ ਕੋਈ ਆਈਆਂ ਰਹਿੰਦੀਆਂ, ਮੰਨ ਲਓ ਤੁਸੀਂ ਐਮਐਲਏ ਬਣਾਇਆ, ਐਮਪੀ ਬਣਾਇਆ, ਕਦੇ ਉਸ ਐਮਪੀ ਨੂੰ ਦੁਬਾਰਾ ਵੀ ਮੁਹੱਲੇ ਦੇ ਵਿੱਚ ਜਿੱਦਾਂ ਅੱਜ ਮੁਹੱਲਾ ਇਕੱਠਾ ਹੋਇਆ, ਮਾੜਾ ਜਿਹਾ ਕੈਮਰਾਮੈਨ ਨੂੰ ਮੈਂ ਬੇਨਤੀ ਕਰਦਾ ਇੱਕ ਵਾਰੀ ਸਾਰੇ ਪਾਸੇ ਸ਼ਾਟ ਦਿਖਾਈ। ਇਹ ਲਗਭਗ ਸਾਰਾ ਮੁਹੱਲਾ ਇਸ ਵੇਲੇ ਇਹ ਐਸੀ ਮੁਹੱਲਾ ਹੈ ਪਿੰਡ ਮੋਰੋਂ, ਹਲਕਾ ਫਿਲੌਰ ਤੇ ਜ਼ਿਲ੍ਹਾ ਜਲੰਧਰ ਦਾ। ਤੁਸੀਂ ਦੇਖ ਰਹੇ ਹੋ ਕਿ ਬਿਜਲੀ ਘਰਾਂ ਦੇ ਵਿੱਚ ਨਾ ਹੋਣ ਕਰਕੇ ਇਹ ਲੋਕ ਹੱਥਾਂ ਦੇ ਵਿੱਚ ਪੱਖੀਆਂ ਨੇ ਤੇ ਸਾਰੇ ਇੱਥੇ ਇਕੱਠੇ ਹੋਏ ਨੇ। ਇੱਕ ਨੌਜਵਾਨ ਨੇ ਡੌਂਡੀ ਪਿੱਟੀ ਸੀਗੀ, ਡੌਂਡੀ ਪਿੱਟਣ ਤੋਂ ਬਾਅਦ ਦੇ ਵਿੱਚ ਸਾਰੇ ਲੋਕ ਇੱਥੇ ਇਕੱਠੇ ਹੋਏ ਤੇ ਮੈਂ ਇੱਥੇ ਪਹੁੰਚ ਕੀਤੀ ਹੈ। ਕਦੀ ਤੁਸੀਂ ਇਦਾਂ ਜਿਨ੍ਹਾਂ ਨੂੰ ਐਮਐਲਏ ਐਮਪੀ ਬਣਾਇਆ ਉਹਨਾਂ ਨੂੰ ਕਦੇ ਇਦਾਂ ਇਕੱਠੇ ਕਰਕੇ ਕਦੀ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਭਾਈ ਪਹਿਲਾਂ ਵਾਅਦੇ ਕੀਤੇ ਸੀ, ਵਾਅਦਾ ਕੋਈ ਨਹੀਂ ਪੂਰਾ ਕੀਤਾ? ਨਹੀਂ ਸਤਿ ਸ਼੍ਰੀ ਅਕਾਲ ਜੀ। ਇਹ ਪੁੱਛਾਂਗੇ ਤਾਂ ਅਸੀਂ ਤਾਂ ਉਹਨਾਂ ਨੂੰ ਜਦੋਂ ਵੋਟਾਂ ਲੈਣ ਤੋਂ ਬਾਅਦ ਪਿੰਡ ਵਿੱਚ ਸ਼ਾਮਲ ਹੋਣਗੇ ਆਣ ਕੇ, ਕਿ ਕਿਸੇ ਦੀ ਖਬਰ ਲਵਣਗੇ ਆਣ ਕੇ। ਇੱਥੇ ਪਿੰਡ ਵੋਟਾਂ ਲੈਣ ਦਾ ਮਤਲਬ ਉਹਨਾਂ ਨੂੰ ਪਿੰਡ ਦੀ ਕੋਈ ਸਾਰ ਨਹੀਂ ਲੈਂਦਾ ਮੁੜ ਕੇ ਆਣ ਕੇ। ਇਸ ਕਰਕੇ ਬੱਚਿਆਂ ਦਾ ਮਾੜਾ ਭਵਿੱਖ ਆ, ਕੋਈ ਪੜ੍ਹਾਈਆਂ ਨਹੀਂ, ਕੋਈ ਐਜੂਕੇਸ਼ਨ ਨਹੀਂ ਹੈਗੀ, ਕੋਈ ਫੀਲਡ ਸਾਰਾ ਫੇਲ ਆ। ਮੈਡਮ ਜੀ ਦੇਖੋ ਗੱਲ ਇਹ ਹੈ ਵੀ ਲੋੜ ਉਹਨਾਂ ਨੂੰ ਉਦੋਂ ਹੁੰਦੀ ਹੈ ਤੇ ਉਹ ਵੋਟਾਂ ਲੈਣ ਤੁਹਾਡੇ ਕੋਲ ਆ ਜਾਂਦੇ ਨੇ। ਹੁਣ ਲੋੜ ਤੁਹਾਨੂੰ ਹੁੰਦੀ 5 ਸਾਲ, ਤੁਸੀਂ ਉਹਨਾਂ ਨੂੰ ਤਨਖਾਹ ਵੀ ਦਿੰਦੇ ਹੋ, ਤੁਹਾਡੇ ਨੌਕਰ ਵੀ ਨੇ, ਤੇ ਫਿਰ ਵੀ ਤੁਸੀਂ ਇੱਕ ਟੈਲੀਫੋਨ ਕਰੋ ਤਾਂ ਉਹਨਾਂ ਦਾ ਫਰਜ਼ ਬਣਦਾ ਤੁਹਾਡੇ ਕੋਲ ਆਉਣ ਦਾ। ਕਦੀ ਟੈਲੀਫੋਨ ਕਰਕੇ ਪਿੰਡ ਦੀ ਪੰਚਾਇਤ, ਪਿੰਡ ਦੇ ਮੋਹਤਵਰਾਂ ਨੇ ਕਦੀ ਸੱਦਿਆ ਇੱਥੇ? ਇਹ ਤਾਂ ਹੁਣ ਮੈਨੂੰ ਪਤਾ ਨਹੀਂ ਸੱਦਿਆ ਜਾਂ ਨਹੀਂ, ਜਾਤੇ ਅਸੀਂ ਵੀ ਵੋਟ ਪਾਈ ਹੈ, ਤੁਸੀਂ ਕਦੀ ਸੱਦਿਆ? ਵੋਟਾਂ ਅਸੀਂ ਪਾਈਆਂ ਆ, ਪਰ ਅਸੀਂ ਥੋੜੀ ਇਹ ਪਰਸਨਲੀ ਫੋਨ ਕਰਕੇ ਅਸੀਂ ਉਹਨਾਂ ਨੂੰ ਸੱਦਾਂਗੇ ਵੀ ਸਾਨੂੰ ਆਹ ਪ੍ਰੋਬਲਮ ਆ। ਤੁਸੀਂ ਕਦੀ ਭੈਣਾ ਤੁਸੀਂ ਕਦੀਆਂ ਇਕੱਠੀਆਂ ਹੋ ਕੇ ਭੈਣਾ ਇਕੱਠੀਆਂ ਹੋ ਕੇ ਬਈ ਅਸੀਂ ਵੀ ਤੁਹਾਨੂੰ ਵੋਟ ਪਾਈ ਆ ਜਿੱਦਾਂ ਬੰਦਿਆਂ ਨੇ ਪਾਈ ਆ, ਬਈ ਇਦਾਂ ਹੀ ਤੁਸੀਂ ਸਾਡੇ ਮੁਹੱਲੇ ਆਓ ਤੇ ਸਾਡੀਆਂ ਸਮੱਸਿਆਵਾਂ ਸੁਣੋ, ਕਦੀ ਇਦਾਂ ਕੀਤੀ? ਨਹੀਂ ਇਦਾਂ ਕਦੀ ਨਹੀਂ। ਉਦੋਂ ਤਾਂ ਜਿਹਨੇ ਐਮਐਲਏ ਬਣਨਾ ਸੀ ਉਹਦੀ ਘਰ ਵਾਲੀ ਵੀ ਘੁੰਮਦੀ ਸੀ, ਉਹਦੀ ਨੂੰਹ ਵੀ ਘੁੰਮਦੀ ਸੀ ਤੇ ਉਹਦੀ ਭਰਜਾਈ ਵੀ ਘੁੰਮਦੀ ਸੀ, ਤੇ ਹੁਣ ਉਹ ਵੀ ਤਾਂ ਔਰਤਾਂ ਤੁਹਾਡੇ ਕੋਲ ਵੋਟਾਂ ਮੰਗਦੀਆਂ ਸੀ। ਤੁਸੀਂ ਕਦੀ ਟੈਲੀਫੋਨ ਕਰਕੇ ਉਹਨਾਂ ਬਣਾਏ ਐਮਐਲਏ ਐਮਪੀ ਨੂੰ ਇੱਥੇ ਮੁਹੱਲੇ 'ਚ ਇਕੱਠੇ ਕਰਕੇ ਸੱਦ ਕੇ ਕਦੀ ਕਿਹਾ ਵੀ ਸਾਡੇ ਬਿਜਲੀ ਨਹੀਂ ਆਉਂਦੀ ਤੇ ਸਾਡੇ ਟੂਟੀਆਂ 'ਚ ਪਾਣੀ ਨਹੀਂ ਆਉਂਦਾ ਤੇ ਸਾਡਾ ਛੱਪੜ ਜਿਹੜਾ ਗੰਦੇ ਪਾਣੀ ਨਾਲ ਭਰਿਆ ਹੋਇਆ, ਅਸੀਂ ਬਹੁਤ ਸਮੱਸਿਆਵਾਂ 'ਚ, ਸਾਡੇ ਬੱਚੇ ਜਿਹੜੇ ਉਹ ਸਕੂਲ ਤੋਂ ਬੈਠੇ ਨੇ, ਜਿਹੜੇ ਪੜ੍ਹੇ ਲਿਖੇ ਨੇ ਉਹ ਨੌਕਰੀਆਂ ਤੋਂ ਬੈਠੇ ਨੇ, ਕਦੀ ਕਿਹਾ ਇਦਾਂ? ਹਾਂਜੀ, ਸਮੱਸਿਆਵਾਂ ਤਾਂ ਇਹ ਆ ਵੀ ਸਭ ਤੋਂ ਜ਼ਿਆਦਾ ਜਿਹੜੀ ਸਮੱਸਿਆ ਗਰਮੀਆਂ ਨੂੰ ਹੁੰਦੀ ਆ, ਜ਼ਿਆਦਾ ਪਾਣੀ ਦੀ ਔਰ ਬਿਜਲੀ ਦੀ। ਭੈਣ ਜੀ ਸਮੱਸਿਆਵਾਂ ਤਾਂ ਹੈਗੀਆਂ, ਮੈਂ ਇਹ ਕਹਿ ਰਿਹਾ ਵੀ ਤੁਸੀਂ ਆਪਣੇ ਐਮਐਲਏ ਐਮਪੀ ਨੂੰ ਕਦੀ ਟੈਲੀਫੋਨ ਕਰਕੇ ਇੱਥੇ ਸੱਦ ਕੇ? ਅਸੀਂ ਪਰਸਨਲੀ ਕਦੀ ਕੋਈ ਫੋਨ ਨਹੀਂ ਕੀਤਾ ਉਹਨਾਂ ਨੂੰ। ਉਹ ਤਾਂ ਚਾਹੀਦਾ ਨਾ। ਹਾਂਜੀ, ਕਰਨਾ ਸਾਨੂੰ ਚਾਹੀਦਾ ਹੈ, ਵੈਸੇ ਜਦੋਂ ਸਾਨੂੰ ਜ਼ਰੂਰਤ ਆ ਸਾਨੂੰ ਕਰਨਾ ਚਾਹੀਦਾ ਆ। ਜ਼ਰੂਰਤਾਂ ਨਹੀਂ, ਉਹਨਾਂ ਦੀ ਡਿਊਟੀ ਹੈ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਸੁਣਨ। ਬੀਬੀ ਕਿੰਨੀ ਪੈਨਸ਼ਨ ਮਿਲਦੀ ਹੈ? 2500? 750। ਨਹੀਂ, ਉਦੋਂ ਕੈਪਟਨ ਅਮਰਿੰਦਰ ਸਿੰਘ 4.5 ਸਾਲ ਪਹਿਲਾਂ ਕਹਿੰਦਾ ਸੀਗਾ ਵੀ 2500 ਪੈਨਸ਼ਨ ਦੇਾਂਗੇ। ਕੋਈ ਨਹੀਂ ਦਿੰਦਾ ਹੈ 2500। ਹਾਂ, 750 ਹੀ ਮਿਲਦਾ। 750 ਮਹੀਨੇ ਦੀ ਮਹੀਨੇ ਮਿਲ ਜਾਂਦਾ? ਹਾਂ, ਉਹ ਤਾਂ ਮਿਲ ਜਾਂਦਾ। ਨਹੀਂ, 2500 ਰੁਪਏ ਪੈਨਸ਼ਨ ਮਿਲਦੀ ਨਾ, ਕਦੇ ਵੀ ਨਹੀਂ। ਭੈਣ ਜੀ ਤੁਸੀਂ ਕਿੱਦਾਂ ਮੁਹੱਲੇ ਦੇ ਵਿੱਚ ਕਿੱਦਾਂ ਗੁਜ਼ਾਰਾ ਕਰਦੇ ਹੋ? ਜਿਵੇਂ ਇਸ ਮੇਰੇ ਮੁਹੱਲਾ ਤੁਹਾਡਾ ਸਾਰਾ ਸਮੱਸਿਆਵਾਂ ਦੱਸਣ ਲਈ ਇਕੱਠਾ ਹੋਇਆ, ਕੀ ਕਹਿਣਾ ਚਾਹੋਗੇ? ਸਤਿ ਸ਼੍ਰੀ ਅਕਾਲ ਭਾਜੀ। ਇਸ ਜਿੱਦਾਂ ਬਿਜਲੀ ਪਾਣੀ ਦੀ ਬਹੁਤ ਜ਼ਿਆਦਾ ਤੰਗੀ ਆ। ਹੁਣ ਰਾਤਾਂ ਸ਼ਾਮ ਨੂੰ ਸਾਰੀ ਦਿਹਾੜੀ ਬੰਦੇ ਘਰਾਂ 'ਚੋਂ ਬਾਹਰ ਨਿਕਲ ਕੇ ਕੰਮ ਕਰਦੇ ਗਰਮੀ 'ਚ, ਸ਼ਾਮ ਨੂੰ ਨਹੀਂ ਆ ਕੇ ਨਹਾਉਣਾ ਵੀ ਆ, ਜਦੋਂ ਨਹਾਉਣਾ ਪਾਣੀ ਨਹੀਂ ਹੋਣਾ, ਲਾਈਟ ਨਹੀਂ ਹੋਣੀ, ਯਾਨੀ ਗਰਮੀ ਇੰਨਾ ਮਾਹੌਲ ਮਾੜਾ ਵੀ ਬੰਦਾ ਮਰਨੇ ਤੇ ਆਇਆ ਆ। ਵੀ ਅਸੀਂ ਤਾਂ ਇਹ ਕਹਾਂ ਵੀ ਸਰਕਾਰ ਨੂੰ ਜਿੱਦਾਂ ਆਪਣੇ ਪਰਿਵਾਰਾਂ ਬਾਰੇ ਸੋਚਦੇ, ਉਹ ਵੀ ਇੱਕ ਤਰ੍ਹਾਂ ਦਾ ਪਰਿਵਾਰ ਆ,
ਵੀ ਜਿਨ੍ਹਾਂ ਖਾਤਰ ਤੁਸੀਂ ਆਪਣੀ ਲਈ ਵੋਟਾਂ ਪਾਈਆਂ ਆ, ਤੁਹਾਨੂੰ ਬਣਾਇਆ ਆ ਕੁਛ ਵੀ ਤੁਹਾਨੂੰ। ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਸਾਰੀਆਂ ਸਮੱਸਿਆਵਾਂ ਮੈਨੂੰ ਦੱਸ ਰਹੇ ਹੋ, ਆਪਸ ਵਿੱਚ ਆਪਣੇ ਪੰਚ ਸਰਪੰਚ ਨੂੰ ਵੀ ਦੱਸਦੇ ਹੋਵੋਗੇ, ਕਦੀ ਇੱਥੇ ਐਮਐਲਏ ਐਮਪੀ ਸੱਦ ਕੇ ਵੀ ਦੱਸੀਆਂ ਕਦੀ ਸਮੱਸਿਆ? ਨਹੀਂ, ਇਹੀ ਤਾਂ ਸਾਡੇ ਵਿੱਚ ਕਮੀ ਰਹਿ ਗਈ। ਹਾਂਜੀ, ਵੀ ਅਸੀਂ ਕਿਹਾ ਨਹੀਂ, ਅਸੀਂ ਉਹਨਾਂ ਦੇ ਭਰੋਸੇ ਬੈਠੇ ਰਹੇ ਵੀ ਚਲੋ, ਜਦੋਂ ਇੰਨੀਆਂ ਜਾਣੀ ਗੱਲਾਂ ਇੰਨੀਆਂ ਕਰਦੇ ਵੀ ਬੰਦਾ ਕਹਿੰਦੇ ਵੀ ਇਹ ਸਹੀ ਆ, ਸਾਨੂੰ ਇਹ ਹੀ ਨਹੀਂ ਪਤਾ ਲੱਗਦਾ, ਸਾਨੂੰ ਉਲਝਾ ਕੇ ਰੱਖਦੇ ਆ ਵੀ ਜੇ ਕੋਈ ਬੰਦਾ ਕੰਮ ਕਰਨ ਲੱਗਦਾ ਵੀ ਉਹਨੂੰ ਉਸ ਪਾਸੇ ਲਾ ਜਾਂਦਾ, ਬੰਦਾ ਉਧਰ ਹੀ ਤੁਰਿਆ ਰਹਿੰਦਾ। ਮੈਨੂੰ ਇੰਨਾ ਟਾਈਮ ਹੀ ਨਹੀਂ ਹੈਗਾ ਵੀ ਅਸੀਂ ਆਪਣੀਆਂ ਸਮੱਸਿਆਵਾਂ ਵੀ ਦੱਸੀਏ। ਵੀ ਕਦੀ ਕਿਸੇ ਹੁਣ ਕਰੋਨਾ ਆ ਗਏ, ਉਹਦੇ ਵਿੱਚ ਉਲਝਾ ਕੇ ਰੱਖਿਆ ਆ ਮਰੀਜ਼ਾਂ, ਨਾ ਤਾਂ ਮਰੀਜ਼ਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਡਾਕਟਰ ਸਹੀ ਆ ਕਿ ਜਾਂ ਫਿਰ ਆਪਣੇ ਘਰ ਦੇ ਵਿੱਚ ਇਲਾਜ ਕਰਾਉਣਾ ਚਾਹੀਦਾ। ਜੋ ਕੋਈ ਜਾਂਦਾ ਹੈ ਉਹ ਮਰ ਮੁੱਕ ਕੇ ਹੀ ਆਉਂਦਾ ਵੀ, ਜਾਣੀ ਇੰਨੀ ਸਮੱਸਿਆ, ਵਿਸ਼ਵਾਸ ਹੀ ਨਹੀਂ ਰਹਿ ਗਿਆ ਹੈਗਾ ਹੁਣ। ਲੀਡਰਾਂ ਤੇ ਵਿਸ਼ਵਾਸ ਨਹੀਂ ਰਹਿ ਗਿਆ ਤੇ ਲੋਕਾਂ ਨੇ ਵੋਟਾਂ ਪਾਉਣੀਆਂ ਹੀ ਹੁੰਦੀਆਂ ਤੇ ਲੋਕ ਜਾਣ ਤਾਂ ਕਿੱਥੇ ਜਾਣ। ਹੋਰ ਵੀ ਮੇਰੇ ਨਾਲ ਨੇ ਇਸ ਪਿੰਡ ਦੇ ਲੋਕ, ਕੀ ਕਹਿਣਾ ਚਾਹੋਗੇ ਕਿ ਇਸ ਪਿੰਡ ਦੇ ਲੋਕ ਕਿਵੇਂ ਗੁਜ਼ਾਰਾ ਕਰਦੇ ਨੇ? ਬਹੁਤ ਗੁਜ਼ਾਰਾ ਮੁਸ਼ਕਲ ਆ, ਕੋਈ ਸਾਨੂੰ ਸਹੂਲਤ ਨਹੀਂ ਹੈ ਗਵਰਨਮੈਂਟ ਦੇ ਰਹੀ। ਵੋਟਾਂ ਦੇ ਟਾਈਮ ਆ ਕੇ ਬਹੁਤ ਵਾਅਦੇ ਕਰਦੇ ਆ ਤੇ ਹੋਰ ਸਾਨੂੰ ਕੋਈ ਸਹੂਲਤ ਨਹੀਂ ਦੇ ਰਿਹਾ। ਕੋਈ ਸੜਕਾਂ ਟੁੱਟੀਆਂ ਆ, ਪਿੰਡ ਦੇ ਵਿੱਚ ਪਾਣੀ ਜਿਹੜਾ ਟੂਟੀਆਂ ਦਾ ਉਹ ਨਹੀਂ ਆਉਂਦਾ, ਬਿਜਲੀ ਦੇ ਕੱਟ ਬਹੁਤ ਲੰਬੇ ਲੰਬੇ ਲੱਗਦੇ ਆ, ਇਸੇ ਕਰਕੇ ਸਾਨੂੰ ਬਹੁਤ ਪ੍ਰੋਬਲਮ ਆ। ਇਹ ਸਾਡੀ ਗਵਰਨਮੈਂਟ ਸਾਡੇ ਲੋੜਾਂ ਜਿਹੜੀਆਂ ਪੂਰੀਆਂ ਕਰਨੀਆਂ ਚਾਹੀਦੀਆਂ। ਕੀ ਕਹਿਣਾ ਚਾਹੋਗੇ ਕਿ ਜਿਵੇਂ ਵੋਟਾਂ ਦੇ ਦਿਨਾਂ ਦੇ ਵਿੱਚ ਲੋਕ ਇਹਨਾਂ ਲੀਡਰਾਂ ਤੋਂ ਸ਼ਰਾਬ ਕਾਹਤੇ ਮੰਗਦੇ ਨੇ, ਨਾ ਕਾਹਤੇ ਦਿੰਦੇ ਨੇ? ਸ਼ਰਾਬ ਬਸ ਇਹ ਨਹੀਂ ਮੁੱਲ ਵਿਕ ਜਾਂਦੇ, ਲੋਕ ਵਿਕ ਜਾਂਦੇ ਨੇ। ਵਿਕ ਜਾਂਦੇ ਜਾਂ ਲੋਕਾਂ ਨੂੰ ਲਾ ਦਿੱਤਾ ਇਦਾਂ ਲਾਲਚ ਤੇ? ਲਾਲਚ ਤੇ ਲਾਉਂਦੇ ਆ। ਨਹੀਂ, ਜਿਹੜੀਆਂ 5 ਸਾਲ ਸਮੱਸਿਆਵਾਂ ਨਾਲ ਜੂਝੇ ਹੋ ਤੁਸੀਂ, ਪਾਣੀ ਦੀ, ਗੰਦੇ ਪਾਣੀ ਦੀ, ਟੂਟੀਆਂ ਦੀ, ਹੋਰ ਬਹੁਤ ਸਾਰੀਆਂ ਮੁਸ਼ਕਲਾਂ, ਰੁਜ਼ਗਾਰ ਹੈ ਨਹੀਂ ਸੀ, ਕੰਮ ਹੈ ਨਹੀਂ ਸੀ, ਬੱਚੇ ਵਿਹਲੇ ਵਿਚਾਰੇ ਫਿਰਦੇ ਪੜ੍ਹੇ ਲਿਖੇ, ਇਹ ਸਾਰਾ ਕੁਝ ਭੁੱਲ ਜਾਓਗੇ? ਭੁੱਲ ਜਾਓ। ਦਾਰੂ ਮਿਲਦੀ ਦਾਰੂ ਜਦ ਮਿਲ ਜਾਣੀ ਭੁੱਲ ਜਾਣਾ ਅਗਨੇ। ਤੁਸੀਂ ਚੇਤੇ ਰੱਖੋਗੇ? ਚੇਤੇ ਰੱਖੋਗੇ। ਭੁੱਲ ਜਾਂਦੇ ਨੇ ਲੋਕ ਉਹਨਾਂ ਦਿਨਾਂ ਦੇ ਵਿੱਚ ਜਦੋਂ ਸ਼ਰਾਬ ਲੈ ਕੇ ਲੀਡਰ ਆਉਂਦੇ ਨੇ। ਤੇ ਇਹ ਦੇਖ ਰਹੇ ਹੋ ਕਿ ਮੇਰੇ ਸਾਹਮਣੇ ਤੁਸੀਂ ਨਾਲ ਖਾਲੀ ਬਾਲਟੀਆਂ ਲੈ ਕੇ ਲੋਕ ਤੁਰੇ ਫਿਰ ਰਹੇ ਨੇ, ਕੋਈ ਪਾਣੀ ਦਾ ਸਾਧਨ ਨਹੀਂ। 73 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਲੋਕਾਂ ਨੂੰ ਸਰਕਾਰਾਂ ਪਾਣੀ ਨਹੀਂ ਦੇ ਸਕੀਆਂ ਅਜੇ ਤੱਕ। 73 ਸਾਲ ਦੀ ਆਜ਼ਾਦੀ ਤੋਂ ਬਾਅਦ ਤੱਕ ਹਾਲੇ ਤੱਕ ਲੋਕਾਂ ਨੂੰ ਸਰਕਾਰਾਂ ਬਿਜਲੀ ਨਹੀਂ ਦੇ ਸਕੀਆਂ, ਰੁਜ਼ਗਾਰ ਨਹੀਂ ਦੇ ਸਕੀਆਂ। ਤੁਸੀਂ ਦੇਖ ਰਹੇ ਹੋ ਕਿ ਕੱਲੇ ਘਰ ਦੇ ਵਿੱਚ ਉਹ ਪਾਣੀ ਦੀਆਂ ਬਾਲਟੀਆਂ ਦੂਰੋਂ ਲੈ ਕੇ ਆਉਣ ਦੇ ਲਈ ਇਹ ਖੜਕਾ ਰਹੇ ਨੇ। ਕੀ ਕਹਿਣਾ ਚਾਹੋਗੇ? 73 ਸਾਲ ਦੀ ਆਜ਼ਾਦੀ ਦੇ ਵਿੱਚ ਅਜੇ ਤੱਕ ਲੋਕ ਪਾਣੀ ਨੂੰ ਤਰਸ ਰਹੇ ਨੇ, ਬਿਜਲੀ ਨੂੰ ਤਰਸ ਰਹੇ ਨੇ, ਰੁਜ਼ਗਾਰ ਨੂੰ ਤਰਸ ਰਹੇ ਨੇ। ਜੇ ਸੁਧਾਰ ਹੋਊਗਾ ਤਾਂ ਹੋਊ ਕਿੱਦਾਂ ਅਸੀਂ ਇੰਗਲੈਂਡ ਅਮਰੀਕਾ ਦੇ ਵਿੱਚ ਉੱਥੇ ਜਾਣ ਦੀ ਲੋੜ ਨਾ ਪਵੇ, ਇੱਥੇ ਸਾਰਿਆਂ ਨੂੰ ਰੁਜ਼ਗਾਰ ਮਿਲੇ, ਸਹੂਲਤਾਂ ਮਿਲੇ, ਕਾਨੂੰਨ ਵਧੀਆ ਹੋਵੇ, ਕੀ ਆਸ ਰੱਖਦੇ ਹੋ? ਇੱਥੇ ਇਹ ਕੰਮ ਨਹੀਂ ਹੋਣੇ, ਇੱਥੇ ਰੋਜ਼ਗਾਰ ਕਿਸੇ ਨੂੰ ਨਹੀਂ ਮਿਲਣਾ ਹੈਗਾ। ਇਹ ਜਿਹੜੀ ਸਰਕਾਰ ਹੈ ਨਾ, ਇਹ ਆਪਣੇ ਖਾਣ ਦੇ ਕੰਮ ਜ਼ਿਆਦਾ ਕਰਦੀ, ਦੂਸਰਾ ਗਰੀਬ ਜਨਤਾ ਨੂੰ ਤਾਂ ਬਿਲਕੁਲ ਨਹੀਂ ਪੁੱਛਦੀ ਹੈਗੀ। ਸਿਰਫ ਵੋਟਾਂ ਲੈਣ ਆਉਣ ਦੇਈਆਂ, ਉਸ ਤੋਂ ਬਾਅਦ ਸਾਡਾ ਉਹਨਾਂ ਦਾ ਕੋਈ ਕੰਮ ਨਹੀਂ। ਵੋਟਾਂ ਮਿਲ ਗਈਆਂ, ਇੱਥੇ ਕਿਸੇ ਨੇ ਆ ਕੇ ਖੜੇ ਨਹੀਂ ਹੋਣਾ ਕਿ ਵੀ ਅਸੀਂ ਇੱਥੇ ਕੋ ਕਰੀਏ ਜਾਂ ਨਾ ਕਰੀਏ। ਪਿੰਡ ਦੇ ਰੋਡ ਸਭ ਖਰਾਬ ਹੋਏ ਆ। ਆਹ ਰੋਡ ਦੇਖ ਲਓ, ਕਈਆਂ ਦੇ ਪਿੰਡਾਂ ਦੇ ਵਿੱਚ ਜਾ ਕੇ ਦੇਖੀਦਾ ਕਿਤੇ ਇੰਟਰਲੋਕ ਲੱਗੇ ਹੋ ਆ, ਨਾਲੀਆਂ ਪੱਕੀਆਂ ਹੋਈਆਂ ਆ। ਇੱਥੇ ਕੁਛ ਵੀ ਨਹੀਂ ਹੈਗਾ ਇੱਦਾਂ ਦਾ। ਪਿੰਡਾਂ ਦੇ ਵਿੱਚ ਤਾਂ ਬਹੁਤ ਬੁਰਾ ਹਾਲ ਆ। ਕਿਸੇ ਦੇ ਕਾਰਡ ਬਣੇ ਹੋ, ਕਿਸੇ ਦੇ ਬਣੇ ਨਹੀਂ ਹੈਗੇ, ਕਿਸੇ ਦੇ ਬਿੱਲ ਮਾਫ ਹੋਏ, ਕਿਸੇ ਦੇ ਮਾਫ ਹੀ ਨਹੀਂ ਹੋਏਗੇ। ਇਹੀ ਕੰਮ ਹੋਏ ਹੋਆ ਇੱਥੇ ਸਾਰੇ। ਤੇ ਰੋਜ਼ਗਾਰ ਕਿੱਥੋਂ ਆਉਣਾ ਆ? ਹੁਣ ਇੱਥੋਂ ਦੇ ਲੋਕੀ ਬਾਹਰ ਜਾਂਦੇ ਆ, ਬਾਹਰ ਉਧਰ ਕੰਮ ਕਰਕੇ ਆਉਂਦੇ ਆ ਤਾਂ ਆਪਣਾ ਘਰ ਦਾ ਹੀ ਗੁਜ਼ਾਰਾ ਹੁੰਦਾ, ਬਾਹਰ ਦਾ ਤਾਂ ਹੁੰਦਾ ਹੀ ਨਹੀਂ ਹੈਗਾ ਬਿਲਕੁਲ। ਸੁਧਾਰ ਕਿੱਦਾਂ ਹੋਊਗਾ? ਸੁਧਾਰ ਇਹ ਜੇ ਸਰਕਾਰ ਚਾਹੂਗੀ ਤਾਂ ਫੇਰ ਹੀ ਹੋਣਾ, ਆਮ ਬੰਦਾ ਤਾਂ ਕੁਝ ਨਹੀਂ। ਸਰਕਾਰਾਂ ਵੀ ਤਾਂ ਲੋਕ ਹੀ ਬਣਾਉਂਦੇ ਆ। ਲੋਕ ਬਣਾਉਂਦੇ, ਲੋਕ ਸਿਰਫ ਵੋਟਾਂ ਹੀ ਪਾ ਸਕਦੇ ਆ, ਉਹ ਤੋਂ ਅੱਗੇ ਨਹੀਂ ਕੋਈ ਵੀ ਕਰ ਸਕਦੇ। ਅੱਗੇ ਮਤਲਬ ਬਣਾਏ ਹੋਏ ਐਮਐਲਏ ਨਾਲ ਪੁੱਛਗਿੱਛ ਤਾਂ ਕਰ ਸਕਦੇ ਆ। ਪੁੱਛਗਿੱਛ ਕਿੰਨੀ ਕੁ ਕਰਾਂਗੇ? ਪੁੱਛਗਿੱਛ ਉਹਨਾਂ ਕੋਲ ਜਾਈਦਾ, ਉਹਨੇ ਲਿਖ ਕੇ ਪੇਪਰ ਬਣਾ ਲੈਂਦੇ ਆ ਵੀ ਅਸੀਂ ਆਹ ਪੇਪਰ ਤੁਹਾਡਾ ਲਿਖ ਲਿਆ ਆ, ਇਹ ਅੱਗੇ ਸਰਕਾਰ ਤੱਕ ਪਹੁੰਚਾਵਾਂਗੇ। ਉਹ ਪੇਪਰ ਤੁਸੀਂ 2 ਸਾਲ ਬਾਅਦ ਚਲ ਜਾਓ, ਉਹ ਪੇਪਰ ਉੱਥੇ ਹੀ ਪਿਆ ਹੁੰਦਾ। ਕਿਹਨੇ ਪੁੱਛਣਾ ਉੱਥੇ? ਉਹ ਪੇਪਰ ਨੂੰ ਕਿਹਨੇ ਪੁੱਛਣਾ? ਠੰਡੇ ਵਾਸਤੇ ਛੱਡ ਦਿੰਦੇ ਬਸ ਜੀ, ਇਹੀ ਕੰਮ ਹੈ ਉਹਨਾਂ ਦਾ।
ਠੰਡੇ ਵਸਤੇ ਦੇ ਵਿੱਚ ਸੁੱਟ ਦਿੱਤਾ ਜਾਂਦਾ। ਮੇਰੇ ਸਾਹਮਣੇ ਤੁਸੀਂ ਦੇਖ ਰਹੇ ਹੋ ਕਿ ਬੀਬੀਆਂ ਦੇ ਹੱਥਾਂ ਦੇ ਵਿੱਚ ਉਹ ਖਾਲੀ ਬਾਲਟੀਆਂ ਨੇ। ਇਹ ਪਾਣੀ ਕਿੱਥੋਂ ਲੈ ਕੇ ਜਾ ਰਹੇ ਹੋ? ਬੀਬੀ ਬਾਅਦ ਚ ਚੱਲਦੇ ਆਪਾਂ, ਇੱਥੇ ਵਾਲਾ ਕੰਮ ਮੁਕਾ ਕੇ ਚੱਲਦੇ ਆਪਾਂ। ਮੇਰੇ ਨਾਲ ਨੇ ਹੋਰ ਵੀ ਇਸ ਪਿੰਡ ਦੇ ਲੋਕ। ਸਰ ਜੀ, ਜਿਵੇਂ ਇਸ ਵੇਲੇ ਅਸੀਂ ਤੁਹਾਡੇ ਪਿੰਡ ਆਏ ਆ ਲੋਕਾਂ ਦੀਆਂ ਸਮੱਸਿਆਵਾਂ ਜਾਣਨ, ਲੋਕ ਕਿਹੜੀਆਂ ਸਮੱਸਿਆਵਾਂ ਦੇ ਨਾਲ ਜੂਝ ਰਹੇ ਨੇ, ਕੀ ਕਹਿਣਾ ਚਾਹੋਗੇ? ਸਾਰੇ ਪਾਸੇ ਸਮੱਸਿਆਵਾਂ ਆ। ਲੋਕ ਬੜੇ ਤੰਗ ਆ, ਬਹੁਤ ਪਰੇਸ਼ਾਨ ਆ। ਲੋਕਾਂ ਦੇ ਕੋਲ ਰੁਜ਼ਗਾਰ ਹੈ ਨਹੀਂ। ਸਾਡੇ ਬੱਚੇ ਜਿਹੜੇ ਰੁਜ਼ਗਾਰ ਦੀ ਖਾਤਰ ਤੜਫਦੇ ਆ, ਬਾਹਰ ਵਿਦੇਸ਼ਾਂ ਦੇ ਵਿੱਚ ਜਾਂਦੇ ਆ। ਅਸੀਂ ਕਿਉਂ ਵਿਦੇਸ਼ਾਂ ਨੂੰ ਜਾਈਏ ਜੇ ਸਾਡੇ ਬੱਚਿਆਂ ਕੋਲ ਰੁਜ਼ਗਾਰ ਹੋਵੇ? ਅਸੀਂ ਇੱਥੇ ਸਾਡੇ ਕੋਲ ਜਿਹੜੇ ਅੱਜ ਤੋਂ 70 ਸਾਲ ਪਹਿਲਾਂ ਜਿਹੜੇ ਸਾਡੇ ਤੇ ਗੋਰੇ ਰਾਜ ਕਰਦੇ ਸੀ, ਜਦੋਂ ਕਿਤੇ ਪੁਰਾਣਾ ਇਤਿਹਾਸ ਪੜ੍ਹਦੇ ਆ ਸਾਨੂੰ ਪਤਾ ਲੱਗਦਾ ਵੀ ਗੋਰਿਆਂ ਨੇ ਸਾਡੇ ਲਈ ਕੀ ਕੀਤਾ। ਅਸੀਂ ਭਜਾ ਕੇ ਜਸ਼ਨ ਮਨਾਉਂਦੇ ਆ, ਪਰ ਦਿਲੋਂ ਦੁੱਖ ਲੱਗਦਾ ਵੀ ਜਦੋਂ ਸਾਡੇ ਬੱਚੇ ਬੇਰੁਜ਼ਗਾਰੀ ਨਾਲ, ਹੋਰ ਤੁਹਾਨੂੰ ਦੱਸਦੇ ਆ, ਹੈਂਡੀਕੈਪਟ ਆ। ਮੇਰੇ ਕੋਲ ਇੱਕ ਮੇਰੀ ਭੈਣ ਕੇਨਰਾ ਬੈਂਕ ਦੇ ਵਿੱਚ ਇੱਕ ਪੈਨਸ਼ਨ ਲੈਣ ਗਈ, 750 ਰੁਪਈਆ। ਵਿਚਾਰੀ ਫੌੜੀਆਂ ਨਾਲ ਤੁਰੇ, ਇੱਕ ਬੱਚਾ ਉਹਨੇ ਦਾ ਗੋਦੀ ਚੱਕਿਆ, ਉਹ ਵਿਚਾਰੀ ਲਾਈਨ 'ਚ ਲੱਗੀ, ਉਹ 750 ਰੁਪਈਆ ਪੈਨਸ਼ਨ ਲੈਣ ਦੇ ਲਈ। ਲਾਹਨਤ ਆ ਸਰਕਾਰਾਂ ਦੇ ਜਿਹੜੇ ਅੱਜ ਤੇ 70 ਸਾਲ ਦੇ ਵਿੱਚ ਮੈਨੂੰ ਇੱਕ ਦੱਸੋ, 100 ਰੁਪਏ ਲੀਟਰ ਪੈਟਰੋਲ ਹੋ ਗਿਆ, 102 ਰੁਪਏ ਲੀਟਰ ਪੈਟਰੋਲ ਹੋ ਗਿਆ, ਵੀ ਅੱਜ ਉਹ ਆਪਣਾ ਪਰਿਵਾਰ ਕਿੱਦਾਂ ਪਾਲੂਗੇ? 750। ਲਾਹਨਤ ਆ ਇਹਨਾਂ ਸਰਕਾਰਾਂ ਦੇ ਜਿਨ੍ਹਾਂ ਨੇ ਸਾਡੇ ਕੋਲੋਂ ਹੱਲੇ ਤੱਕ 70 ਸਾਲ ਦੇ ਵਿੱਚ ਸਾਨੂੰ ਚੰਗੀ ਐਜੂਕੇਸ਼ਨ ਨਹੀਂ ਦੇ ਸਕੇ, ਸਾਨੂੰ ਚੰਗੀ ਸਿਹਤ ਸਹੂਲਤ ਨਹੀਂ ਦੇ ਸਕੇ, ਸਾਨੂੰ ਚੰਗਾ ਰੁਜ਼ਗਾਰ ਨਹੀਂ ਦੇ ਸਕੇ। ਸਾਨੂੰ ਮਾਣ ਆ, ਅਸੀਂ ਬੱਚੇ ਆਪਣੇ ਹੱਥ ਪੱਟ ਝੋਕ ਕੇ ਖੁਦ ਅਸੀਂ ਵੀ ਗੁੜਾ ਸਾਹਿਬ ਤੁਸੀਂ ਵੀ ਆਪਣੇ ਬੱਚਿਆਂ ਨੂੰ ਮਿਹਨਤ ਕਰਕੇ ਡਿਗਰੀਆਂ ਕਰਾਈਆਂ। ਜਦੋਂ ਸਾਡੇ ਬੱਚੇ ਡਿਗਰੀਆਂ ਕਰਕੇ ਬੇਰੁਜ਼ਗਾਰ ਫਿਰਦੇ ਆ ਨਾ, ਅਸੀਂ ਤਾਂ ਉਹਨਾਂ ਨੂੰ ਇਹ ਵੀ ਨਹੀਂ ਕਹਿੰਦੇ, ਅਸੀਂ ਕਹਿੰਦੇ ਪੁੱਤ ਕੋਈ ਗੱਲ ਨਹੀਂ, ਅੰਦਰ ਬੈਠੋ, ਜਿੱਦਾਂ ਹੋਊਗੀ ਅੱਧੀ ਰੁੱਖੀ ਸੁੱਖੀ ਖਾ ਕੇ ਆਪਣਾ ਦਿਨ ਕੱਟੋ। ਅਸੀਂ ਤਾਂ ਇਹ ਸੋਚਦੇ ਵੀ ਸਾਡੇ ਨਿਆਣੇ ਕਿਤੇ ਗਲਤ ਪਾਸੇ ਨਾ ਚਲੇ ਜਾਣ। ਗੁੜਾ ਸਾਹਿਬ, ਲੋਕ ਜਿੱਦਾਂ ਜਦੋਂ ਬਿਮਾਰ ਹੋ ਜਾਂਦਾ ਇਲਾਜ ਵਗੈਰਾ ਕਿੱਥੋਂ ਕਰਾਉਂਦੇ ਨੇ? ਸਰਕਾਰੀ ਹਸਪਤਾਲਾਂ ਦੇ ਕੀ ਹਾਲਾਤ ਨੇ? ਬਈ ਸਰਕਾਰੀ ਹਸਪਤਾਲਾਂ ਦੇ ਵਿੱਚ ਮੇਰੇ ਪਿੱਛੇ ਫਾਦਰ ਸਾਹਿਬ ਦੀ ਐਕਸਪਾਇਰ ਹੋਏ ਆ। ਜਦੋਂ ਹਸਪੀਟਲ ਨਾਲ ਮੇਰਾ ਬਾਹ ਪਿਆ ਵੀ ਮੈਂ ਹਸਪੀਟਲਾਂ ਦੇ ਵਿੱਚ ਹਾਲਾਤ ਦੇਖੇ ਆ ਵੀ ਇੰਨੇ ਮਾੜੇ ਆ। ਚਲੋ ਮੇਰਾ ਬ੍ਰਦਰ ਬਾਹਰ ਸੀ, ਮੈਨੂੰ ਸਾਥ ਦਿੱਤਾ ਦੇ ਕੇ ਮੈਂ ਆਪਣੇ ਫਾਦਰ ਸਾਹਿਬ ਦਾ ਇਲਾਜ ਕਰਵਾਇਆ, ਪਰ ਨਹੀਂ ਬਚ ਸਕੇ। ਪਰ ਜਦੋਂ ਸਰਕਾਰੀ ਹਸਪੀਟਲਾਂ ਦੇ ਵਿੱਚ ਜਾ ਕੇ ਦੇਖੀਦਾ, ਉੱਥੇ ਡਾਕਟਰ ਹੈ ਨਹੀਂ। ਡਾਕਟਰ ਇੰਨੇ ਪਰੇਸ਼ਾਨ ਆ ਵੀ ਜਿਹਨਾਂ 24 ਘੰਟੇ ਡਿਊਟੀ ਕਰਦੇ ਆ, ਪਰ ਜਦੋਂ ਡਿਊਟੀ ਤੋਂ ਬਾਅਦ ਜਦੋਂ ਸਰਕਾਰਾਂ ਦੀਆਂ ਨਲਾਇਕੀਆਂ ਅਸੀਂ ਦੇਖੀ ਦੀਆਂ, ਨਾ ਉੱਥੇ ਕੋਈ ਦਵਾਈਆਂ ਆ। ਅਸੀਂ ਬਾਹਰਲੇ ਦੇਸ਼ਾਂ ਨੂੰ ਕਿਉਂ ਭੱਜਦੇ ਆ? ਜਿਹੜਾ ਸਾਡਾ ਵਡੇਪਾ ਆ ਨਾ, ਮੈਂ ਸੋਚਦਾ ਅਸੀਂ ਕਹਿੰਦੇ ਸੀ ਅਸੀਂ ਆਪਣੇ ਇੰਡੀਆ ਦੇ ਵਿੱਚ ਕਾਮਯਾਬ ਹੋਣਾ, ਕੰਮ ਕੀਤਾ ਨਹੀਂ ਕਾਮਯਾਬੀ ਸਾਡੀਆਂ ਸਰਕਾਰਾਂ ਨੇ ਸਾਨੂੰ ਨਹੀਂ ਹੋਣ ਦਿੱਤੀ। ਅਸੀਂ ਹੁਣ ਸੋਚਦੇ ਸੀ ਵਿਦੇਸ਼ਾਂ ਦੇ ਵਿੱਚ ਜਿਹੜਾ ਵਡੇਪਾ ਵਿਦੇਸ਼ ਦੇ ਵਿੱਚ ਆ ਨਾ, ਉਹ ਸਰਕਾਰਾਂ ਸਾਡੇ ਕੋਲ ਟੈਕਸ ਲੈਣੀਆਂ ਵੀ ਆ ਔਰ ਸਾਨੂੰ ਚੰਗਾ ਵਡੇਪਾ ਵੀ ਗੁਜ਼ਰ ਕਰਨ ਲਈ ਪੈਸਾ ਵੀ ਦਿੰਦੀਆਂ। ਬਹੁਤ ਧੰਨਵਾਦ। ਠੀਕ ਹੈ ਜੀ, ਬਹੁਤ ਧੰਨਵਾਦ ਜੀ। ਆਓ ਮਿਲਦੇ ਹਾਂ ਹੋਰ ਵੀ ਲੋਕਾਂ ਨੂੰ ਇਸ ਪਿੰਡ ਦੇ ਵਿੱਚ। ਇਸ ਪਿੰਡ ਦੇ ਵਿੱਚ ਜਿਵੇਂ ਤੁਸੀਂ ਦੇਖਿਆ ਹੈ ਕਿ ਲੋਕ ਆਪਣੀਆਂ ਸਮੱਸਿਆਵਾਂ ਦੱਸ ਰਹੇ ਸੀਗੇ ਤੇ ਲੋਕ ਕਿਹਨਾਂ ਹਾਲਾਤਾਂ ਦੇ ਵਿੱਚ ਗੁਜ਼ਰ ਰਹੇ ਨੇ। ਗੱਲ ਇਹ ਸਾਹਮਣੇ ਆਈ ਹੈ ਕਿ ਜਿਵੇਂ ਲੋਕ 5 ਸਾਲ ਸੰਤਾਪ ਹੰਢਾਉਂਦੇ ਨੇ, ਬਿਜਲੀ ਤੋਂ, ਪੀਣ ਵਾਲੇ ਪਾਣੀ ਤੋਂ, ਗੰਦੇ ਪਾਣੀ ਦੀ ਸਮੱਸਿਆ, ਵਿਕਾਸ ਦੀ ਸਮੱਸਿਆ, ਐਜੂਕੇਸ਼ਨ ਦੀ ਸਮੱਸਿਆ, ਸਿਹਤ ਸਹੂਲਤਾਂ ਦੀ ਸਮੱਸਿਆ, ਬੇਰੁਜ਼ਗਾਰੀ ਦੀ ਸਮੱਸਿਆ, ਮਹਿੰਗਾਈ ਦੀ ਸਮੱਸਿਆ। ਪਰ ਕਿਤੇ ਨਾ ਕਿਤੇ ਸਿੱਟਾ ਕੀ ਨਿਕਲਦਾ ਹੈ? ਹੋਰ ਵੀ ਸੱਜਣ ਮੇਰੇ ਨਾਲ ਨੇ। ਕੀ ਕਹਿਣਾ ਚਾਹੋਗੇ? ਜਦੋਂ ਕਰੋਨਾ ਮਹਾਮਾਰੀ ਸੀ, ਲੋਕਾਂ ਦੇ ਰੁਜ਼ਗਾਰ ਬੰਦ ਹੋਏ, ਮਹਿੰਗਾਈ ਵਧੀ, ਸਰਕਾਰ ਨੂੰ ਚਾਹੀਦਾ ਤਾਂ ਮਹਿੰਗਾਈ ਘਟਾਉਣੀ ਸੀ, ਪਰ ਹੋ ਗਿਆ ਉਲਟਾ। ਇੱਕ ਤਾਂ ਲੋਕ ਵਿਹਲੇ ਸੀ, ਇੱਕ ਉੱਤੋਂ ਮਹਿੰਗਾਈ ਵਧਾਤੀ। ਕੀ ਕਹਿਣਾ ਚਾਹੋਗੇ ਵੀ ਲੋਕਾਂ ਦੇ ਹਿੱਤਾਂ ਦੀਆਂ ਸਰਕਾਰਾਂ ਕਿਵੇਂ ਬਣ ਗਈਆਂ? ਕਦੋਂ ਇਦਾਂ ਦਾ ਸਮਾਂ ਆਊਗਾ? ਇੱਕ ਹੋਰ ਵੀ ਇੱਥੇ ਚਰਚਾ ਚੱਲਦੀ ਸੀ ਕਿ ਲੋਕ ਵੀ ਸਮਝਦੇ ਨਹੀਂ ਹੈਗੇ, ਉਦੋਂ ਵੀ ਬਸ ਉਹ ਸ਼ਰਾਬ ਦੀ ਬੋਤਲ 100 ਰੁਪਈਆ 500 ਰੁਪਈਆ ਇੱਦਾਂ ਹੀ ਲੋਕ ਇੱਥੇ ਕਿ ਰਹਿ ਜਾਂਦੇ ਨੇ। ਕੀ ਕਹਿਣਾ ਚਾਹੋਗੇ? ਦੇਸ਼ ਦਾ ਸੁਧਾਰ ਕਿੱਦਾਂ ਹੋਊਗਾ? ਸੁਧਾਰ ਲੋਕ ਇਹਨੂੰ ਵੋਟ ਸਮਝਦੇ ਆ, ਇਹ ਵੋਟ ਨਹੀਂ ਗੀ ਅਸਲ 'ਚ। ਲੋਕਾਂ ਨੂੰ ਜਿੱਦਣ ਸਮਝ ਆ ਗਈ ਫਿਰ ਕੋਈ ਰੋਣਾ ਵੀ ਨਹੀਂ ਰਹਿ ਗਿਆ। ਇਹ ਹੈ ਮਤਦਾਨ। ਅਸੀਂ ਆਪਣੀ ਅਕਲ ਦਾਨ ਕਰਦੇ ਹਾਂ। ਹੁਣ ਜਿੱਦਾਂ ਦਾ ਅਸੀਂ ਦਾਨ ਕਰਨਾ ਉਦਾਂ ਦਾ ਅਸੀਂ ਫਲ ਪਾਲਣਾ। ਗੁਰਬਾਣੀ ਕਹਿੰਦੀ ਆ ਵੀ ਅਕਲੀ ਦਾਨ ਕਰੀਏ। ਦਾਨ ਜਿਹੜਾ ਆ ਅਕਲ ਨਾਲ ਕਰੋ। ਹੁਣ ਤੁਸੀਂ ਮਤਦਾਨ ਕਰਨ ਲੱਗੇ, ਸਭ ਤੋਂ ਵੱਡੀ ਦੁਨੀਆ ਦੀ ਕੀਮਤੀ ਚੀਜ਼ ਦਾਨ ਕਰਨ ਲੱਗੇ ਆ। ਦਾਨ ਕਰਨਾ ਤਾਂ ਤੁਸੀਂ ਫਿਰ ਜੇ ਉਹਦਾ ਮੁੱਲ ਲੈਣਾ ਫਿਰ ਤੁਹਾਡਾ ਦਾਨ ਤਾਂ ਰਹਿ ਨਹੀਂ ਗਿਆ।
ਤੁਸੀਂ ਉਹਨੂੰ ਦਾਨ ਵੀ ਨਹੀਂ ਸਮਝਿਆ। ਅੱਜ ਤੁਸੀਂ ਕਿਸੇ ਤੋਂ 200 ਯੂਨਿਟ ਕਿਸੇ ਤੋਂ 400 ਯੂਨਿਟ ਦੇ ਲਾਲਚ ਨੂੰ ਫਸਦੇ ਆ। ਅੱਜ ਕੱਲ ਮੈਨੂੰ ਦੱਸੋ ਕਿਹੜਾ ਬੰਦਾ ਜਿਹੜਾ ਮੁਫਤ ਕਿਸੇ ਦਾ ਕੰਮ ਕਰ ਦੂ? ਜੇ ਕੋਈ ਸਾਨੂੰ ਘਰ ਕਹਿੰਦਾ ਤੁਹਾਨੂੰ 5 ਕਿਲੋ ਗੁੜ ਦੇਵਾਂਗੇ, ਉਹਦਾ ਸਾਡਾ ਕੀ ਲੱਗਦਾ? ਉਹ ਵੀ ਆਪਣੇ ਲਾਲਚ ਨੂੰ ਦਊਗਾ। ਹਾਂ, ਸਾਨੂੰ ਵੀ ਸੋਚਣਾ ਪਊ ਵੀ ਸਾਨੂੰ 200 400 ਯੂਨਿਟ ਬਿੱਲ ਜਾਂ ਸਾਨੂੰ ਆਹ ਨਹੀਂ ਚਾਹੀਦਾ, ਸਾਨੂੰ ਚਾਹੀਦਾ ਕੰਮ। ਸਰਕਾਰਾਂ ਨੂੰ ਜਿਹੜੇ ਸਾਨੂੰ ਤੁਸੀਂ ਵੋਟਾਂ ਤੇ ਖਰਚਾ ਕਰਨਾ, ਸਾਡੀ ਉਹਦੇ 'ਚ ਉੱਥੇ ਲਾਓ, ਸਾਡਾ ਵੀ ਫਾਇਦਾ ਹੋਵੇ। ਜਿੰਨੀ ਕੁ ਸਰਕਾਰ ਭਾਈਵਾਲ ਹੋ, ਉਨੇ ਕੁ ਲੋਕ ਵੀ ਭਾਈਵਾਲ ਹੋ ਇਹਦੇ ਵਿੱਚ। ਭਾਈਵਾਲ ਦੋਨੇ ਪਾਸੇ ਨੇ, ਲੋਕ ਵੀ ਨੇ, ਸਰਕਾਰਾਂ ਵੀ ਨੇ। ਪਰ ਇਹ ਹੈ ਵੀ ਕਦੋਂ ਇਦਾਂ ਦਾ ਸਮਾਂ ਆਏਗਾ ਮੁਫਤ ਵਾਲੀਆਂ ਚੀਜ਼ਾਂ ਤੋਂ ਲੋਕ ਕਿਨਾਰਾ ਕਰ ਜਾਣਗੇ, ਤੇ ਕਦੋਂ ਇਦਾਂ ਹੋਏਗੀ ਕਿ ਲੋਕਾਂ ਨੂੰ ਰੁਜ਼ਗਾਰ ਮਿਲ ਜਾਏਗਾ ਤੇ ਲੋਕ ਆਪ ਪੈਸਾ ਕਮਾ ਕੇ ਸਾਰਾ ਕੁਝ ਖਰੀਦ ਸਕਣ ਜੋਗੇ ਹੋ ਜਾਣਗੇ। ਨੇ ਲੋਕਡਾਊਨ ਤਾਂ ਐਤਕੀ ਲੱਗਾ ਲੋਕਾਂ ਨੇ, ਕੀ ਲੋਕਡਾਊਨ ਕਿਤੇ ਸਾਰੀ ਉਮਰ ਲੋਕਡਾਊਨ ਲੱਗਾ ਰਿਹਾ? ਕੋਈ ਘਰ ਦੇ ਵਿੱਚ ਬੰਦਾ ਬਿਮਾਰ ਹੋ ਜਾਂਦਾ ਕਿ ਅਸੀਂ 3 ਮਹੀਨੇ ਰੋਟੀ ਨਹੀਂ ਖਾਂਦੇ? ਜੇ ਲੋਕਡਾਊਨ ਲੱਗ ਗਿਆ 1 ਮਹੀਨਾ, ਉਹਦੇ ਅਸੀਂ ਮੰਗਣ ਮੈਂ ਕਿਹਾ ਵੀ ਸਾਨੂੰ ਸਰਕਾਰ ਦੇਵੇ, ਕੀ ਤੁਸੀਂ ਇੰਨਾ ਵੀ ਨਹੀਂ ਅਫੋਰਡ ਕਰ ਸਕਦੇ? ਥੋੜਾ ਖਾ ਲਓ। ਜਿਹਨੇ ਹੁਣ ਤੁਹਾਨੂੰ 100 ਰੁਪਈਆ ਮੱਛੀ ਫੜਨੀ ਆ, ਅਗਲੇ ਨੇ ਪਹਿਲਾਂ ਇੰਨਾ ਘਾਟਾ ਲਾਉਂਦਾ, ਮੱਛੀ ਲੈ ਜਾਂਦਾ ਅਗਲਾ। ਤੁਹਾਡੇ ਕਹਿਣ ਤੋਂ ਭਾਵ ਲੀਡਰਾਂ ਦਾ ਇਹ ਹਿਸਾਬ ਆ? ਲੀਡਰਾਂ ਦਾ, ਹਰ ਲੋਕਾਂ ਦਾ, ਲੋਕ ਮੱਛੀ ਵਾਂਗੂ ਫਸਦੇ ਆ। ਬਿਨਾਂ ਮਤਲਬ ਤੋਂ ਕੋਈ ਕਿਸੇ ਨੂੰ ਅੱਜ ਦੇ ਜ਼ਮਾਨੇ 'ਚ ਦਾਨ ਨਹੀਂ ਦਿੰਦਾ। ਇਹ ਸਾਨੂੰ ਸਮਝਣਾ ਪਊਗਾ ਵੀ ਅਸੀਂ ਕਿਹ ਤੋਂ ਦਾਨ ਲੈਣਾ, ਕਿਹ ਤੋਂ ਨਹੀਂ ਲੈਣਾ। ਅਸੀਂ ਕੰਮ ਕਰਨਾ ਕਿ ਅਸੀਂ ਦਾਨ ਲੈਣਾ ਲੋਕਾਂ ਤੋਂ। ਇਹ ਗੱਲ ਹੋ ਗਈ ਵੋਟਾਂ ਦੀ। ਕੀ ਕਹਿਣਾ ਚਾਹੋਗੇ ਜੇ ਮੈਂ ਵਿਦੇਸ਼, ਜੇ ਅਸੀਂ ਯੂਰਪ ਦੀ ਗੱਲ ਕਰਦੇ ਹਾਂ, ਅਰਬ ਦੀ ਕਰਦੇ ਆ, ਵਿਸ਼ਵ ਦੀ ਗੱਲ ਕਰਦੇ ਹਾਂ, ਬਾਹਰਲੇ ਮੁਲਕਾਂ ਦੇ ਵਿੱਚ ਜਿੱਥੇ ਤੁਸੀਂ ਵੀ ਗਏ ਹੋਵੋਗੇ, ਅਸੀਂ ਵੀ ਜਾਂਦੇ ਹਾਂ, ਤੇ ਦੁਨੀਆ ਜਿਹੜੇ ਦੇਖ ਰਹੇ ਨੇ, ਕੁਝ ਲੋਕ ਵਿਦੇਸ਼ 'ਚ ਬੈਠੇ ਨੇ ਤੇ ਕੁਝ ਜਾ ਕੇ ਆਏ ਨੇ। ਉੱਥੇ ਦਾ ਸਿਸਟਮ ਜਿਹੜਾ ਹਰ ਇੱਕ ਇਨਸਾਨ ਦੇ ਇਲਾਜ ਦਾ ਪ੍ਰਬੰਧ ਸਰਕਾਰ ਕਰਦੀ, ਐਜੂਕੇਸ਼ਨ ਦਾ ਪ੍ਰਬੰਧ ਸਰਕਾਰ ਕਰਦੀ, ਤੇ ਰੁਜ਼ਗਾਰ ਦਾ ਪ੍ਰਬੰਧ ਵੀ ਸਰਕਾਰ ਕਰਦੀ ਹੈ, ਤੇ ਲੋਕ ਕੰਮ ਵੀ ਕਰਦੇ। ਤਾਂ ਫਿਰ ਉਹ ਮਾਫੀ ਵਾਲੀ ਮੁਫਤ ਵਾਲਾ ਸਿਸਟਮ ਹੈ ਨਹੀਂ, ਕਿਉਂਕਿ ਸਰਕਾਰਾਂ ਨੇ ਉੱਥੇ ਪਹਿਲਾਂ ਤਾਂ ਲੋਕਾਂ ਨੂੰ ਐਜੂਕੇਟ ਕੀਤਾ, ਫਿਰ ਉੱਥੇ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਇਹ ਆਪ ਜ਼ਿੰਮੇਵਾਰੀ ਲਈ, ਫਿਰ ਰੁਜ਼ਗਾਰ ਦੇ ਵੀ ਮੌਕੇ ਜਿਹੜੇ ਉਹ ਪੈਦਾ ਕੀਤੇ ਨੇ। ਤੇ ਦੇਸ਼ ਭਾਰਤ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਜੀ ਵਿਦੇਸ਼ ਗਏ ਨਹੀਂ, ਸਾਨੂੰ ਉਹਦੇ ਬਾਰੇ ਕੋਈ ਪਤਾ ਨਹੀਂ। ਠੀਕ ਨਹੀਂ, ਅਸੀਂ ਤਾਂ ਇੱਥੇ ਦੇਖਿਆ, ਮਿਹਨਤ ਕਰਾਂਗੇ ਤਾਂ ਅਸੀਂ ਰੋਟੀ ਖਾਵਾਂਗੇ। ਲੋਕਡਾਊਨ ਲੱਗਾ, ਠੀਕ ਵਾ, ਸਾਨੂੰ ਉਹਦੇ ਨਾਲ ਕੋਈ ਫਰਕ ਨਹੀਂ ਪਿਆ, ਕਿਉਂਕਿ ਬੰਦਾ ਬਿਮਾਰ ਹੁੰਦਾ, ਉੱਦਾਂ ਵੀ ਵਿਹਲੇ ਰਹਿੰਦੇ ਆ, ਕੰਮ ਬੰਦ ਹੁੰਦੇ ਆ। ਬਾਹਰੋਂ ਹੁਣ ਦੁਬਈ 'ਚ ਜਿਹੜੇ ਲੋਕ ਗਏ ਆ, ਉੱਥੇ ਕੰਮ ਬੰਦ ਵਾ, ਕੀ ਹੁਣ ਲੋਕ ਮੰਗ ਕੇ ਖਾਂਦੇ ਆ? ਆਪਣੇ ਖਰਚਿਆਂ ਨੂੰ ਘਟਾਉਣਾ ਪਊਗਾ, ਫਿਰ ਅਸੀਂ ਕਿਸੇ ਤੋਂ ਆਸ ਸਾਨੂੰ ਰੱਖਣ ਦੀ ਲੋੜ ਨਹੀਂ। ਹੁਣ ਅਸੀਂ ਸਾਰਾ ਸਰਕਾਰਾਂ ਤੇ ਜਾਂ ਕਿਸੇ ਤੇ ਥੋਪੀਏ, ਉਹ ਗਲਤ ਆ ਗੱਲ। ਕੀ ਲੱਗਦਾ ਕਿ ਤੁਹਾਨੂੰ ਜਿਹੜਾ ਵੀ ਸਕੂਲ ਹੈ, ਅੱਜ ਜੇ ਦੇਖਿਆ ਜਾਵੇ ਤੇ ਹਰ ਪਿੰਡ ਦਾ, ਹਰ ਜਿਹੜਾ ਇੱਕ ਘਰ ਦਾ ਇੱਕ ਬੱਚਾ ਛੱਡ ਕੇ ਉਹ ਪ੍ਰਾਈਵੇਟ ਸਕੂਲ ਦੇ ਵਿੱਚ ਬੱਚਿਆਂ ਨੂੰ ਪੜਾਉਣ ਲਈ ਮਜਬੂਰ ਹੈ? ਜ਼ਿੰਮੇਵਾਰੀ ਸਰਕਾਰ ਦੀ ਸੀਗੀ, ਪਰ ਕੀ ਕਾਰਨ ਲੱਗਦਾ ਵੀ ਸਰਕਾਰ ਨੇ ਇੱਥੋਂ ਹੱਥ ਕਿਉਂ ਖਿੱਚਿਆ? ਕੁਝ ਨਹੀਂ ਕਹਿ ਸਕਦੇ, ਅਸੀਂ ਤਾਂ ਜੀ ਆਪ ਆਪਣੇ ਬੱਚੇ ਦੂਸਰੇ ਪਿੰਡ ਲਾਏ ਆ ਪ੍ਰਾਈਵੇਟ ਸਕੂਲ। ਨਹੀਂ, ਅਸੀਂ ਅਫੋਰਡ ਨਹੀਂ ਕਰ ਸਕਦੇ। ਅਸੀਂ ਸਰਕਾਰੀ 'ਚ ਲਾਏ, ਅਸੀਂ ਆਪਣੇ ਖਰਚੇ ਦੇ ਹਿਸਾਬ ਨਾਲ ਚੱਲਦੇ ਹਾਂ, ਵੀ ਕਿਸੇ ਦੇ ਅੱਗੇ ਪਿੱਟੀਏ ਵੀ ਸਾਨੂੰ ਆਹ ਦਿਓ। ਜਿੱਥੇ ਸਾਨੂੰ ਸਹੂਲਤ ਮਿਲਦੀ ਹੈ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਉੱਥੇ ਪਹੁੰਚਣ ਦੀ, ਜਿੱਥੇ ਹੈ ਅਸੀਂ ਉੱਥੇ ਤਾਂ ਕਰ ਸਕਦੇ ਹਾਂ। ਅਸੀਂ ਅੱਜ ਆਪਣੇ ਬੱਚੇ ਨੂੰ ਪ੍ਰਾਈਵੇਟ ਸਕੂਲੇ ਪੜ੍ਹਾਉਣ ਲਈ ਮੁਕੰਦਪੁਰ ਭੇਜ ਸਕਦੇ ਹਾਂ, ਕੀ ਅਸੀਂ ਆਪਣੇ ਸਰਕਾਰੀ ਸਕੂਲ 'ਚ ਪੜ੍ਹਨ ਲਈ ਨਹੀਂ ਭੇਜ ਸਕਦੇ? ਉੱਥੇ ਅਸੀਂ 1000 ਰੁਪਇਆ ਫੀਸ ਦੇ ਸਕਦੇ ਹਾਂ, ਆਪਣੇ ਸਕੂਲ 'ਚ ਵੀ ਅਸੀਂ 200 ਰੁਪਇਆ ਦੇ ਸਕਦੇ ਹਾਂ। ਅਸੀਂ ਵੀ ਚਾਹੁੰਦੇ ਹਾਂ ਵੀ ਸਾਨੂੰ ਸ਼ਿਕਾਰ ਜਿਹੜਾ ਆ ਮਾਰ ਕੇ ਅਗਲਾ ਮੋਹਰੇ ਰੱਖ ਦੇਵੇ। ਔਰ ਇਦਾਂ ਵੀ ਲੱਗਦਾ ਵੀ ਲੋਕਾਂ ਦੀਆਂ ਜਿਹੜੀਆਂ ਮੰਗਾਂ ਵੀ ਉਦਾਂ ਦੀਆਂ ਜਿੱਦਾਂ ਦੀਆਂ ਮੰਗਾਂ ਸਰਕਾਰ ਪੂਰਾ ਕਰ ਦਿੰਦੀ ਹੈ। ਲੋਕ ਕਹਿੰਦੇ ਨੇ ਨੀਲੇ ਕਾਰਡ ਬਣਨੇ ਚਾਹੀਦੇ ਨੇ, ਸਾਨੂੰ ਦਾਣੇ ਮਿਲਣੇ ਚਾਹੀਦੇ ਨੇ, ਸਰਕਾਰ ਫਿਰ ਸਕੂਲ ਕਹਿੰਦੀ ਸਕੂਲਾਂ ਦੀ ਲੋੜ ਨਹੀਂ। ਅਸੀਂ ਮੰਗਦੇ, ਸਾਨੂੰ ਉਹ ਮਿਲਦਾ। ਸਾਡੀ ਮੰਗ ਜਿਹੜੀ ਲੋਕ ਡਿਮਾਂਡ ਖਾਣਿਆਂ ਤੱਕ ਵਾ, ਹੁਣ ਬਿਜਲੀ ਤੱਕ ਵਾ ਜੀ। ਉਹ ਬਿਜਲੀ 300 ਯੂਨਿਟ ਲੈ ਕੇ ਉਹਨਾਂ ਕਿਤੇ ਤੁਹਾਡੀ ਰੋਟੀ ਚੱਲ ਜਾਣੀ ਆ। ਰੁਜ਼ਗਾਰ ਕੋਈ ਨਹੀਂ ਮੰਗਦਾ। ਰੁਜ਼ਗਾਰ ਕਿਹੜਾ ਮੰਗਦਾ? ਰੁਜ਼ਗਾਰ ਮੰਗੋ, ਰੁਜ਼ਗਾਰ ਮਿਲੂਗਾ। ਕੰਮ ਕਰੋ, ਮਿਹਨਤ ਕਰੋ। ਗਲੀਆਂ ਨਾਲੀਆਂ 5 ਸਾਲ ਬਾਅਦ ਇਹਦੇ ਚੋਂ ਕੀ ਕੱਢਣਾ ਮੈਨੂੰ ਦੱਸੋ? ਸ਼ਮਸ਼ਾਨ ਘਾਟ ਬਣਾਉਣੇ, ਉਹਦੇ 'ਚ ਇੰਨਾ ਡਿਪੋਜ਼ਿਟ ਲੈਣੇ ਤੁਸੀਂ, ਉਹ ਕੀ ਕਰਦੇ ਆ? ਸ਼ਮਸ਼ਾਨ ਘਾਟ ਵਿੱਚ ਮਰ ਕੇ ਜਾਣਾ, ਜਿੱਥੇ ਜੀਂਦਿਆਂ ਨੇ ਜਾਣਾ ਉੱਥੇ ਤਾਂ ਲੋਕਾਂ। ਪਿੰਡਾਂ ਦੀ ਪੰਚਾਇਤ ਦੀ ਮੰਗ ਵੀ ਹੁੰਦੀ ਆ ਵੀ ਗਲੀ ਲਈ ਇੰਟਰਲੋਕ ਲਈ ਪੈਸੇ ਦੇ ਦਿਓ, ਸ਼ਮਸ਼ਾਨ ਘਾਟ ਦੀ 4 ਦੀਵਾਰੀ ਕਰਨੀ ਆ, ਭਲਾ ਉੱਥੋਂ ਭੂਤ ਭੱਜ ਚੱਲਿਆ। ਉਹ ਨਹੀਂ ਕਿਤੇ
ਇਹ ਉਹ ਗੱਲ ਐਦਾਂ ਜਿੱਦਾਂ ਮਰਨ ਵਾਲੇ ਆ ਉਦਾਂ ਦੇ ਰੋਣ ਵਾਲੇ ਆ। 100 ਦੀ ਇੱਕੋ ਗੱਲ ਆ ਭਾਈ, ਜਿੱਦਾਂ ਦੇ ਮਰਨ ਵਾਲੇ ਉਦਾਂ ਦੇ ਰੋਣ ਵਾਲੇ ਆ। ਨਾ ਉਹਨਾਂ 'ਚ ਅਸੀਂ ਸਰਕਾਰਾਂ ਨੂੰ ਬਹੁਤਾ ਦੋਸ਼ੀ ਠਹਿਰਾ ਸਕਦੇ ਆ, ਨਾ ਅਸੀਂ ਆਪਣੇ ਆਪ ਨੂੰ ਵਧੀਆ ਕਹਿ ਸਕਦੇ ਵੀ ਅਸੀਂ ਬਹੁਤ ਵਧੀਆ ਆ। ਬਣ ਗਿਆ ਦਲੀਆ, ਬਣ ਗਿਆ ਦਲੀਆ, ਬਣ ਗਿਆ ਦਲੀਆ ਤੇ ਉਹ ਬਸ ਰੱਜ ਗਈ ਖੀਰ। ਕੀ ਕਹਿਣਾ ਚਾਹੋਗੇ? ਖਾਸ ਕਰਕੇ ਇੱਥੇ ਦੇਖਣ ਦੇ ਵਿੱਚ ਇਹ ਆ ਰਿਹਾ ਕਿ ਸਾਡੇ ਨੌਜਵਾਨ ਜਿਹੜੇ ਪੜ੍ਹੇ ਲਿਖੇ ਨੇ, ਡਿਗਰੀਆਂ ਡਿਪਲੋਮੇ ਵਾਲੇ ਨੇ, ਉਹ ਨਹੀਂ ਦਿਖਾਈ ਦੇ ਰਹੇ। ਤੁਸੀਂ ਇੱਧਰਲੇ ਪਾਸੇ ਦੇਖ ਰਹੇ ਹੋ ਕਿ ਕਿਵੇਂ ਲੋਕ ਗੁਜ਼ਾਰਾ ਕਰ ਰਹੇ ਨੇ, ਬੜਾ ਹਾਲਾਤ ਕਿਵੇਂ ਦੇ ਨੇ, ਨਾਲ ਹੀ ਬਿਲਕੁਲ ਛੱਪੜ ਹੈਗਾ ਆ ਤੇ ਕਿੱਦਾਂ ਗੁਜ਼ਾਰਾ ਕਰਦੇ ਨੇ। ਖਾਸ ਕਰਕੇ ਐਸੀ ਮਹੱਲੇ ਦੇ ਲੋਕ ਜਿਹੜੇ ਨੇ ਬੜੇ ਔਖੇ ਇਸ ਵੇਲੇ ਗੁਜ਼ਾਰਾ ਕਰ ਰਹੇ ਨੇ। ਪਾਣੀ ਡੂੰਘੇ ਹੋ ਗਏ ਨੇ, ਖੂਹ ਜਿਹੜੇ ਸੁੱਕ ਗਏ ਨੇ। ਜਿਹੜਾ ਇੱਥੇ ਲੋਕ ਹੈਗੇ ਨੇ, ਇੱਥੇ ਕਿਵੇਂ ਦਾ ਹਾਲਾਤਾਂ ਦੇ ਵਿੱਚੋਂ ਪੈਦਾ ਹੋ ਰਹੇ ਨੇ, ਦੇਖ ਰਹੇ ਹੋ। ਮੈਡਮ ਜੀ, ਤੁਸੀਂ ਜਿੱਦਾਂ ਬਿਲਕੁਲ ਛੱਪੜ ਤੁਹਾਡੇ ਕੋਲ ਹੈ ਘਰਾਂ ਦੇ, ਤੇ ਮੱਛਰ ਮੱਖੀਆਂ ਹੋਣਗੀਆਂ, ਕਿੱਦਾਂ ਗੁਜ਼ਾਰਾ ਕਰਦੇ ਹੋ ਤੁਸੀਂ? ਬਸ ਗੁਜ਼ਾਰਾ ਬੜਾ ਔਖਾ ਹੋ ਰਿਹਾ ਨਾ, ਬਹੁਤ ਜ਼ਿਆਦਾ ਔਖਾ ਹੋ ਰਿਹਾ। ਬਿਮਾਰੀਆਂ ਲੱਗਦੀਆਂ ਗੰਦੇ ਪਾਣੀ ਨਾਲ। ਹਾਂਜੀ, ਬਹੁਤ ਜ਼ਿਆਦਾ ਔਖਾ, ਮੁਸ਼ਕਲ ਜ਼ਿਆਦਾ। ਹਾਂਜੀ, ਕੋਈ ਤੁਹਾਡੇ ਘਰਾਂ ਦੇ ਵਿੱਚ ਕੋਈ ਕੀੜੇ ਮਕੌੜੇ ਵੀ ਆ ਜਾਂਦੇ ਹੋਣ? ਹਾਂਜੀ, ਲੈ ਬਹੁਤ ਸੱਪ ਐਡੇ ਐਡੇ ਸਾਡੇ ਤਾਂ ਅੰਦਰ ਆ ਜਾਂਦੇ ਆ। ਹਾਂਜੀ, ਬਹੁਤ ਆ ਜਾਂਦੇ ਆ। ਹਾਂਜੀ, ਕਿੰਨਾ ਚਿਰ ਆਪਣੇ ਲੋਕ ਜਿਹੜੇ ਆ ਵੀ ਇਦਾਂ ਛੱਪੜਾਂ ਦੇ ਕੰਢੇ ਰਹਿਣ ਲਈ ਮਜਬੂਰ ਹੋਣਗੇ? ਇਹ ਤਾਂ ਹੁਣ ਪਤਾ ਨਹੀਂ ਕੀ ਕਰਨਗੇ, ਜਨਤਾ ਕੀ ਕਰਨਾ ਨਹੀਂ। ਇਹ ਤਾਂ ਉਹਨਾਂ ਸਰਕਾਰ ਨੂੰ ਚਾਹੀਦਾ ਹੈ ਨਾ, ਸਫਾਈ ਵੀ ਨਹੀਂ ਕਰਦੇ ਨਾ। ਚੱਲ ਸਫਾਈ ਹੁੰਦੀ ਰਹੇ ਫੇਰ ਵੀ, ਸਫਾਈ ਵੀ ਨਹੀਂ ਹੁੰਦੀ ਹੈਗੀ। ਦੇਖੋ ਤਾਂ ਹੁਣ ਕਿੱਡਾ ਕਿੱਡਾ ਘਾਹ ਚੜਿਆ ਪਿਆਲ ਦਲਿਆ ਨਾ, ਸਫਾਈ ਹੁੰਦੀ ਰਹੇ ਫੇਰ ਵੀ ਆ। ਮੈਡਮ ਜੀ, ਕਿਵੇਂ ਗੁਜ਼ਾਰਾ ਕਰਦੇ ਹੋ ਤੁਸੀਂ? ਕਿਵੇਂ ਜਦੋਂ ਸ਼ਹਿਰ ਤੋਂ ਤੁਸੀਂ ਪਿੰਡ ਨੂੰ ਆਉਂਦੇ ਹੋ ਤੇ ਬੱਸਾਂ ਕਿੱਦਾਂ, ਸੜਕਾਂ ਦੇ ਸਾਧਨ ਵਧੀਆ ਨੇ? ਸੜਕ ਬਹੁਤ ਜ਼ਿਆਦਾ ਖਰਾਬ ਆ ਸਾਡੀ, ਅੱਪਰੇ ਤੋਂ ਲੈ ਕੇ ਲਸਾੜੇ ਤੱਕ ਬਹੁਤ ਜ਼ਿਆਦਾ ਖਰਾਬ ਆ। ਬਾਕੀ ਸੜਕਾਂ ਸਾਰੀਆਂ ਬਣਦੀਆਂ, ਇਹੀ ਨਹੀਂ ਬਣਦੀ ਬਸ। ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਸਾਨੂੰ, ਘੁੰਮ ਕੇ ਆਉਣਾ ਪੈਂਦਾ ਹੈ ਸਾਨੂੰ, ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਅਸੀਂ। ਜਿਵੇਂ ਇਹ ਨਿੱਕੇ ਨਿੱਕੇ ਬੱਚੇ ਨੇ, ਇਹਨਾਂ ਨੂੰ ਤਾਂ ਮੱਛਰ ਬਹੁਤ ਲੜਦਾ, ਕਿੱਦਾਂ ਬਚਾਉਂਦੇ ਤੁਸੀਂ? ਅਸੀਂ ਅੰਦਰ ਫਿਰ ਆਲ ਆਊਟ ਵਗੈਰਾ ਮੱਛਰ ਧੂਣਾ ਕਰ ਦਿੰਦੇ ਕਈ ਵੇਲੇ, ਇੱਦਾਂ ਆਲ ਆਊਟ ਲਾ ਕੇ। ਇੱਕ ਉੱਪਰ ਰੱਖਣ ਵਾਲੀ ਛਤਰੀ ਜਿਹੀ ਵੀ ਆਉਂਦੀ ਹੁੰਦੀ ਹੈ, ਜਾਲੀ ਵਾਲੀ। ਹਾਂਜੀ, ਲਿਆਂਦੀ? ਨਹੀਂ, ਉਹ ਨਹੀਂ ਲਿਆਂਦੀ, ਇਹ ਪੈਂਦੀ ਨਹੀਂ। ਅੱਛਾ ਅੱਛਾ, ਬਹੁਤ ਧੰਨਵਾਦ ਜੀ, ਧੰਨਵਾਦ ਜੀ। ਬੱਚੇ ਕਿਹੜੀ ਕਲਾਸ 'ਚ ਪੜ੍ਹਦੇ ਹੋ? +2 'ਚ। +2 'ਚ ਪੜ੍ਹਦੇ ਹੋ। ਕਿੱਦਾਂ ਗੁਜ਼ਾਰਾ ਕਰਦੇ ਨੇ ਤੁਹਾਡੇ ਪਿੰਡ ਦੇ ਲੋਕ? ਦੇਖ ਰਹੇ ਕਿ ਛੱਪੜ ਦੇ ਨੇੜੇ ਘਰ ਹੈ ਤੁਹਾਡਾ, ਕਿੱਦਾਂ ਗੁਜ਼ਾਰਾ ਕਰਦੇ ਹੋ? ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਹੈ ਕਿ ਤੁਸੀਂ ਸਾਡੀਆਂ ਇੱਦਾਂ ਮੁਸੀਬਤਾਂ ਪੁੱਛਣ ਆ ਰਹੇ ਕਿ ਅਸੀਂ ਕਿੱਦਾਂ ਜੀ ਰਹੇ ਹਾਂ। ਅਤੇ ਰਹੀ ਗੱਲ ਐਜੂਕੇਸ਼ਨ ਦੀ, ਤਾਂ ਐਜੂਕੇਸ਼ਨ ਦਾ ਕੰਮ ਬਹੁਤ ਔਖਾ ਆ। ਅਤੇ ਸਾਡੇ ਪਿੰਡ ਵਿੱਚ ਸਕੂਲ ਤਾਂ ਹੈਗਾ ਹੈ, ਬਟ ਉੱਥੇ ਕੋਈ ਸਹੂਲਤ ਨਹੀਂ ਹੈਗੀ ਆ। ਇੱਥੇ ਟੀਚਰਾਂ ਦੀ 27 ਪੋਸਟਾਂ ਆ, ਬਟ ਟੀਚਰ ਉੱਥੇ ਕੋਈ ਨਹੀਂ ਹੈਗਾ, ਨਾ ਕੋਈ ਲੈਕਚਰਾਰ ਆ ਕਿ ਅਸੀਂ ਇੱਥੇ ਪੜ੍ਹ ਸਕੀਏ। ਸਿਰਫ ਇੱਥੇ ਇੱਕੋ ਹੀ ਸਬਜੈਕਟ ਆ, ਜਿਸ ਕਰਕੇ ਸਾਨੂੰ ਬਾਹਰ ਪਿੰਡਾਂ 'ਚ ਪੜ੍ਹਨ ਜਾਣਾ ਪੈਂਦਾ ਆ। ਉਹ ਵੀ ਬਹੁਤ ਔਖਾ ਆ। ਪਹਿਲਾਂ ਸਕੂਲ ਦੀਆਂ ਉੱਥੇ ਫੀਸਾਂ ਵੀ ਹੈਗੀਆਂ ਆ, ਅਤੇ ਉਹ ਬੱਸ ਦਾ ਕਿਰਾਇਆ ਜਿਹੜਾ ਬਹੁਤ ਔਖਾ ਹੈ। ਘਰ ਦੇ ਪਤਾ ਨਹੀਂ ਕਿੱਦਾਂ। ਇਸ ਸਕੂਲ ਦੇ ਵਿੱਚ ਕਿੰਨੀਆਂ ਪੋਸਟਾਂ ਕਿਹਾ ਸੀ ਤੁਸੀਂ? 27। ਤੁਸੀਂ ਤੁਹਾਡੇ ਸਕੂਲ ਦੇ ਵਿੱਚ ਕਿੰਨੇ ਅਧਿਆਪਕ ਨੇ? 4 ਆ ਸਰਕਾਰੀ, ਬਾਕੀ 6 ਪ੍ਰਾਈਵੇਟ ਰੱਖੇ ਉਹ ਨਹੀਂ, ਪਿੰਡ ਵਾਲਿਆਂ ਨੇ। ਤੇ ਉੱਦਾਂ ਜਿਹੜੇ ਤੁਹਾਡੇ ਵਰਗੀਆਂ ਬੱਚੀਆਂ ਹੈਗੀਆਂ, ਬਹੁਤ ਸਾਰਾ ਪੜ੍ਹ ਲਿਖ ਕੇ ਅਫਸਰ ਬਣਨਾ ਚਾਹੁੰਦੀਆਂ? ਹਾਂਜੀ। ਪਰ ਸਕੂਲ ਨਾ ਹੋਣ ਕਰਕੇ? ਸਕੂਲ ਹੈ ਹੀ ਨਹੀਂ, ਫਿਰ ਬਣਾਂਗੇ ਕਿੱਦਾਂ ਜਦ ਕੁਛ ਹੈ ਹੀ ਨਹੀਂ ਸਕੂਲਾਂ ਵਿੱਚ ਵੀ। ਨਾ ਐਜੂਕੇਸ਼ਨ ਉੱਥੇ ਸਾਨੂੰ ਚੰਗੇ ਤਰੀਕੇ ਨਾਲ ਮਿਲਦੀ, ਬਸ ਚਲ ਜਾਂਦੇ, ਬੈਠ ਕੇ ਆ ਜਾਂਦੇ ਆ। ਆਸ ਕਰਦੇ ਹੋ ਵੀ ਤੁਸੀਂ ਆਉਣ ਵਾਲੇ ਸਮੇਂ 'ਚ ਬੈਂਕ 'ਚ ਮੈਨੇਜਰ ਲੱਗ ਜਾਓਗੇ, ਵਕੀਲ ਬਣ ਜਾਓਗੇ, ਜੱਜ ਲੱਗ ਜਾਓਗੇ, ਡਾਕਟਰ ਬਣ ਜਾਓਗੇ, ਪਾਇਲਟ ਬਣ ਜਾਓਗੇ, ਜੇ ਸਕੂਲਾਂ 'ਚ ਅਧਿਆਪਕ ਹੀ ਹੈ ਨਹੀਂ? ਨਹੀਂ, ਜਿਸ ਹਿਸਾਬ ਨਾਲ ਹਾਲਾਤ, ਇਸ ਹਿਸਾਬ ਨਾਲ ਤਾਂ ਨਹੀਂ। ਕਿਹਨੇ ਪੈਦਾ ਕੀਤੇ ਹਾਲਾਤ? ਇਹ ਸਰਕਾਰ ਨੇ ਕੀਤੇ। ਕਿ ਸਰਕਾਰ ਇੱਦਾਂ ਵਾਅਦੇ ਤਾਂ ਪਹਿਲਾਂ ਕਰ ਜਾਂਦੀ ਕਿ ਬੱਚਿਆਂ ਨੂੰ ਵੀ ਇੱਦਾਂ ਕਰਾਂਗੇ ਇਹ ਕਹਿ ਕੇ ਫੀਸਾਂ ਤਾਂ ਲੈ ਲੈਂਦੇ ਆ, ਬਟ ਕਰਦੇ ਉਹ ਵੀ ਨਹੀਂ। ਤੇ ਬੱਚੇ ਜਦੋਂ ਉਹੀ ਜਿਹੜੇ ਲੀਡਰ ਹੈ ਗਲ 'ਚ ਸਾਫਾ ਜਿਹਾ ਪਾ ਕੇ, ਰੰਗ ਬਰੰਗਾ ਜਿਹਾ, ਪਿੰਡ 'ਚ ਹੱਥ ਜੋੜ ਕੇ ਇਕੱਲੇ ਇਕੱਲੇ ਘਰ ਘੁੰਮਦੇ ਹੁੰਦੇ, ਉਦੋਂ ਤੁਸੀਂ ਪੁੱਛਦੇ ਕਾਹਤੇ ਨਹੀਂ? ਉਹ ਜਦ ਖੜ ਕੇ ਗੱਲ ਸੁਣਨਗੇ ਤਾਂ ਹੀ ਆ। ਉਹ ਤਾਂ ਮਿੰਨਤਾਂ ਕਰਕੇ ਕਹਿੰਦੇ ਹੁੰਦੇ ਸਾਨੂੰ ਦੱਸੋ ਦੁੱਖ। ਉਦੋਂ ਕੋਈ ਵੀ ਨਹੀਂ ਬੋਲਦਾ ਹੈਗਾ ਆ। ਤੁਸੀਂ ਕਾਹਤੇ ਨਹੀਂ ਬੋਲਦੇ? ਬੱਚੇ ਪੜ੍ਹੇ ਲਿਖੇ। ਬੋਲਣ ਦਾ ਮੌਕਾ ਦਊਂਗੇ ਤਾਂ ਹੀ ਬੋਲਾਂਗੇ। ਮੌਕਾ ਤਾਂ ਲੈਣਾ ਪੈਂਦਾ ਨਾ। ਨਹੀਂ, ਉਹ ਦਿੰਦੇ ਹੀ ਨਹੀਂ ਮੌਕਾ, ਉਹ ਤਾਂ ਆਪਣੀਆਂ ਗੱਡੀ ਦੇ ਮੂਹਰੇ ਖੜ ਕੇ ਕਹੋ ਵੀ ਸਾਡੀ ਗੱਲ ਸੁਣੋ। ਏਦਾਂ ਥੋੜੀ ਸੁਣਦਾ ਕੋਈ। ਲੋਕ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਲੋਕ ਨਿਰਾਸ਼ ਜਾਪ ਰਹੇ ਨੇ।
ਲੀਡਰ ਜਿਹੜੇ ਨੇ ਉਹ ਆਪਣੇ ਤਰੀਕੇ ਦੇ ਨਾਲ ਵੋਟਾਂ ਕਿਵੇਂ ਹਥਿਆ ਕੇ ਲਿਜਾਂਦੇ ਨੇ। ਮੇਰੀ ਸਾਰੀ 1 ਘੰਟੇ ਦੀ ਰਿਪੋਰਟ ਦੇ ਵਿੱਚ ਤੁਸੀਂ ਦੇਖਿਆ, ਲੋਕਾਂ ਨੂੰ ਉਲਝਾ ਕੇ ਰੱਖਿਆ ਹਜੇ ਤੱਕ ਨੀਲੇ ਕਾਰਡਾਂ ਦੇ ਵਿੱਚ, ਉਲਝਾ ਕੇ ਜਾਣਬੁੱਝ ਕੇ ਬੱਤੀ ਨਾ ਦੇਣੀ ਇਹਦੇ ਪਿੱਛੇ ਇੱਕ ਕਾਰਨ ਹੈ, ਪਾਣੀ ਚੰਗਾ ਨਾ ਦੇਣਾ ਇਹਦੇ ਪਿੱਛੇ ਇੱਕ ਕਾਰਨ ਹੈ, ਪਿੰਡਾਂ ਦੇ ਵਿੱਚ ਛੱਪੜ ਹਾਲੇ ਤੱਕ ਰੱਖਣੇ ਇਹਦਾ ਇੱਕ ਕਾਰਨ ਹੈ, ਪਿੰਡਾਂ ਨੂੰ ਸੜਕਾਂ ਵਧੀਆ ਨਾ ਦੇਣੀਆਂ ਇਹਦੇ ਪਿੱਛੇ ਇੱਕ ਕਾਰਨ ਹੈ, ਸਕੂਲ ਪੱਠਾ ਬਿਠਾਉਣਾ ਇਹਦੇ ਪਿੱਛੇ ਇੱਕ ਕਾਰਨ ਹੈ, ਸਕੂਲ ਪਿੰਡਾਂ ਦੇ ਵਿੱਚ ਜਿਹੜੇ ਸਰਕਾਰੀ ਹਸਪਤਾਲ ਨੇ ਉਹ ਵਧੀਆ ਨਾ ਬਣਾਉਣੇ ਉਹਦੇ ਪਿੱਛੇ ਇੱਕ ਕਾਰਨ ਹੈ। ਕਾਰਨ ਇੱਕੋ ਹੀ ਹੈ ਕਿ ਲੋਕਾਂ ਨੂੰ ਉਲਝਾ ਕੇ ਰੱਖਣਾ, ਲੋਕਾਂ ਨੂੰ ਪਿੰਡਾਂ ਦੀਆਂ ਨਾਲੀਆਂ ਗਲੀਆਂ ਦੇ ਵਿੱਚ ਫਸਾ ਕੇ ਰੱਖਣਾ, ਲੋਕ ਸੋਚ ਨਾ ਸਕਣ ਕਿ ਸਾਡੇ ਇਹ ਲੀਡਰ ਜਿਹੜੇ ਆ MLA MP ਨੌਕਰ, ਇੱਥੇ ਤੱਕ ਇਹਨਾਂ ਦੀ ਬੁੱਧੀ ਨਾ ਜਾ ਸਕੇ। ਜਾਣ ਬੁੱਝ ਕੇ ਸਾਰੀਆਂ ਸਮੱਸਿਆਵਾਂ ਦੇ ਵਿੱਚ ਲੋਕਾਂ ਨੂੰ ਉਲਝਾ ਕੇ ਰੱਖਣਾ ਇੱਕ ਬਹੁਤ ਵੱਡੀ ਚਾਲ ਹੈ। ਆਓ ਸੱਚੀ ਮੁੱਚੀ ਇਹਨਾਂ ਦੀਆਂ ਚਾਲਾਂ ਦੇ ਵਿੱਚੋਂ ਬਾਹਰ ਆ ਕੇ ਚਾਲਾਂ ਨੂੰ ਸਮਝ ਕੇ ਪਿੰਡ ਆਏ ਲੀਡਰ ਨੂੰ, ਨੌਕਰ ਨੇ ਤੁਹਾਡੇ, ਹਰ ਇੱਕ ਜਿਹਨੇ ਵੋਟ ਪਾਈ ਹੈ ਉਹਦਾ ਉਹ ਨੌਕਰ ਹੈ, ਆਪ ਬਣਾਇਆ ਤੁਸੀਂ। ਤੇ ਜਿਹੜਾ ਖਰਚਾ ਕਰਦੇ, ਇੱਕ ਬੱਚਾ 3 ਦਿਨ ਦਾ ਹੈ ਉਹ ਵੀ MLA ਦੀ ਤਨਖਾਹ ਦੇ ਵਿੱਚ ਯੋਗਦਾਨ ਪਾ ਰਿਹਾ। 3 ਦਿਨ ਦਾ ਬੱਚਾ ਇੱਕ ਚੁੰਗਣੀ ਮਾਪਾ ਲੈ ਕੇ ਲੈਣ ਜਾਂਦਾ ਕਿ ਇੱਕ ਸ਼ਹਿਦ ਵਾਲੀ ਚੁੰਗਣੀ ਲਿਆਉਣੀ ਹੈ ਜਾਂ ਦੁੱਧ ਵਾਲੀ ਡਿੱਪਲ ਲੈ ਕੇ ਆਉਣੀ ਆ, ਉਹਦੇ ਵਿੱਚ ਵੀ ਟੈਕਸ ਹੁੰਦਾ। ਇਹਦਾ ਮਤਲਬ 3 ਸਾਲ ਦੇ ਬੱਚੇ ਨੇ ਵੀ MLA ਦੀ ਤਨਖਾਹ ਦੇ ਵਿੱਚ ਆਪਣਾ ਯੋਗਦਾਨ ਪਾਇਆ। ਆਖਰੀ ਸਾਹ ਦੇ ਉੱਤੇ ਕੋਈ ਬਜ਼ੁਰਗ ਹੈ ਮਰਨ ਦੇ ਕੰਢੇ ਤੇ 2 ਸਾਹ ਹੋਰ ਲੈਣੇ ਨੇ, ਉਸ ਵੇਲੇ ਵੀ ਆਕਸੀਜਨ ਲੱਗੀ ਹੈ, ਮੈਡੀਸਨ ਉਹ ਲੈ ਰਿਹਾ, ਟੀਕਾ ਲਗਵਾ ਰਿਹਾ, ਉਸ ਵੇਲੇ ਮਰਨ ਦੇ ਕੰਢੇ ਉਹ ਬਜ਼ੁਰਗ ਵੀ MLA ਦੀ ਤਨਖਾਹ ਦੇ ਵਿੱਚ ਯੋਗਦਾਨ ਪਾ ਰਿਹਾ। ਆਓ ਆਪਾਂ ਇਹਨਾਂ ਚਾਲਾਂ ਸਮਝੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਆਸ ਹੈ ਨੌਜਵਾਨ ਪੀੜ੍ਹੀ ਦੇ ਜਿਨ੍ਹਾਂ ਦੇ ਮੋਢਿਆਂ ਦੇ ਉੱਤੇ ਇਹ ਦੇਸ਼ ਦਾ ਭਾਰ ਆਉਣਾ, ਉਹ ਇਸ ਸਿਸਟਮ ਨੂੰ ਸਾਂਭਣਗੇ, ਸਮਝਣਗੇ ਤੇ ਤਬਦੀਲੀ ਲੈ ਕੇ ਆਉਣਗੇ। ਗੁਜ਼ਾਰਾ ਕਰਦੇ ਜਿੱਦਾਂ ਤੁਹਾਡੇ ਮੱਛਰ ਨਹੀਂ ਲੜਦਾ ਹੈਗਾ? ਮੱਛਰ ਲੜਦਾ ਰਾਤ ਨੂੰ, ਬਹੁਤ ਮੱਛਰ ਹੁੰਦਾ ਇੱਥੇ ਵਿਹੜੇ 'ਚ ਰਾਤ ਨੂੰ, ਰਾਤ ਨੂੰ ਕੋਠੇ 'ਤੇ ਵੀ ਚੜੀਦਾ, ਕੋਈ ਹੱਲ ਨਹੀਂ। ਨੀਂਦ ਨਹੀਂ ਆਉਂਦੀ ਸਾਰੀ ਰਾਤ? ਹਾਂ, ਕਿੱਥੇ ਨੀਂਦ ਆਉਂਦੀ ਆ। ਬਿਜਲੀ ਆਉਂਦੀ ਆ? ਬੱਤੀ ਆਈ ਨੂੰ 2 ਦਿਨ ਤਾਂ ਬੱਤੀ ਬਿਲਕੁਲ ਨਹੀਂ ਆਈ ਹੈਗੀ। ਅੱਜ ਮਾੜੀ ਜਿਹੀ ਬੱਤੀ ਟਿਕੀ ਆ, ਨਹੀਂ ਤਾਂ ਬਸ ਆ। ਬਿਜਲੀ ਨਹੀਂ ਆਉਂਦੀ, ਪਾਣੀ ਨਹੀਂ ਆਉਂਦਾ, ਬੇਰੁਜ਼ਗਾਰੀ ਹੈ, ਲੋਕਾਂ ਕੋਲ ਇਲਾਜ ਦਾ ਪ੍ਰਬੰਧ ਨਹੀਂ ਹੈ, ਲੋਕਾਂ ਦੇ ਕੋਲ ਬੱਚਿਆਂ ਨੂੰ ਪੜ੍ਹਾਉਣ ਦੇ ਵਾਸਤੇ ਕੋਈ ਪ੍ਰਬੰਧ ਨਹੀਂ ਹੈ। ਲੋਕ ਜਾਣ ਤਾਂ ਕਿੱਥੇ ਜਾਣ। ਹੋਰ ਵੀ ਖਾਸ ਕਰਕੇ ਇੱਕ ਬੜੀ ਵੱਡੀ ਚਿੰਤਾ ਦੀ ਗੱਲ ਹੈ ਕਿ ਸਾਡੇ ਬੱਚੇ ਜਿਹੜੇ ਨੇ ਉਹ ਕੀ ਕਹਿਣਾ ਚਾਹ, ਬੱਚੇ ਕਿਹੜੀ ਕਲਾਸ 'ਚ ਪੜ੍ਹਦੇ ਹੋ? ਪਲੱਸ 2 'ਚ ਪੜ੍ਹਦੇ ਹੋ। ਵੱਡੇ ਹੋ ਕੇ ਕੀ ਬਣਨ ਦਾ ਤੁਸੀਂ ਇੱਛੁਕ ਹੋ? ਫਿਲਹਾਲ ਤੱਕ ਤਾਂ ਮਤਲਬ ਸੋਚਦੇ ਹੀ ਪਏ ਆ, ਕੁਝ ਇੰਨਾ ਜ਼ਿਆਦਾ ਨਹੀਂ ਪਲਾਨ ਕੀਤਾ ਹੈਗਾ। ਹਾਂਜੀ। ਤੇ ਵੱਡੇ ਸਿਸਟਰ ਬ੍ਰਦਰ ਤੁਹਾਡੇ ਕੀ ਕਰਦੇ? ਤੁਸੀਂ ਵੱਡੇ ਹੋ, ਇਹ ਇਦਾਂ ਨਹੀਂ ਪਲਾਨ ਕੀਤਾ ਕਿ ਮੈਂ ਵਕੀਲ ਬਣੂੰ, ਜੱਜ ਬਣੂੰ, ਡਾਕਟਰ ਬਣੂੰ? ਡਾਕਟਰ ਬਣੋਗੇ। ਤੇ ਲੱਗਦਾ ਕਿ ਜਿਹੜੇ ਬੱਚੇ ਸਾਡੇ ਅੱਜ ਪੜ੍ਹੇ ਲਿਖੇ ਨੇ, ਉਹ ਡਿਗਰੀ ਡਿਪਲੋਮੇ ਕੀਤੇ ਨੇ, ਜਦੋਂ ਇੱਥੇ ਜੌਬ ਨਹੀਂ ਮਿਲਦੀ ਤੁਹਾਨੂੰ ਆਈਲੈਟ ਕਰਕੇ ਵਿਦੇਸ਼ ਜਾਣਾ ਪੈਂਦਾ ਮਜਬੂਰੀ ਬਸ, ਤੇ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਤੁਸੀਂ? ਮਤਲਬ ਕਿ ਜਾਣਾ ਗਲਤ ਵੀ ਨਹੀਂ ਹੈਗਾ, ਮਤਲਬ ਕਿ ਜੇ ਇੱਥੇ ਸਾਰੀਆਂ ਫੈਸਿਲਿਟੀਜ਼ ਮਿਲਣ ਤਾਂ ਲੋਕ ਬਾਹਰ ਕਾਹਤੇ ਜਾਣ। ਹਾਂਜੀ, ਜਦ ਇੱਥੇ ਨਹੀਂ ਸਾਰਾ ਕੁਝ ਪ੍ਰੋਪਰ ਹੈਗਾ ਤਾਂ ਬਾਹਰ ਨੂੰ ਹੀ ਜਾਣਾ ਸਾਰਿਆਂ ਨੇ। ਸਾਰੇ ਜਿਵੇਂ ਤੁਹਾਡੇ ਵਰਗੀਆਂ ਸਾਡੀਆਂ ਧੀਆਂ ਨੇ, ਸਾਡੀਆਂ ਭੈਣਾਂ ਨੇ, ਉਹ ਮਜਬੂਰੀ ਬਸ ਜਾਂਦੀਆਂ ਨੇ ਵਿਦੇਸ਼ ਨੂੰ। ਜੇ ਉੱਥੇ ਜਿੰਨੀ ਸਹੂਲਤ ਮਿਲੇ, ਉੱਥੇ ਜਿੰਨੀ ਇੱਥੇ ਸਾਨੂੰ ਕਾਇਦਾ ਕਾਨੂੰਨ ਹੋਵੇ, ਸਾਡੀ ਸੁਰੱਖਿਆ ਹੋਵੇ, ਉਨੀ ਇਨਕਮ ਹੋਵੇ, ਕੋਈ ਨਾ ਜਾਵੇ। ਫਿਰ ਕੋਈ ਨਾ ਜਾਵੇ। ਜਦ ਇੱਥੇ ਫੈਸਿਲਿਟੀਜ਼ ਨਹੀਂ ਹੈ ਤਾਂ ਸਾਰਿਆਂ ਨੇ ਉੱਧਰ ਹੀ ਜਾਣਾ ਜਿੱਥੇ ਜ਼ਿਆਦਾ ਫੈਸਿਲਿਟੀਜ਼ ਹੋਣਗੀਆਂ। ਤੇ ਵੈਸੇ ਤੁਸੀਂ ਪੜ੍ਹ ਲਿਖ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹੋ? ਫਿਲਹਾਲ ਤਾਂ ਇੰਦਾ ਕੁਝ ਨਹੀਂ ਸੋਚਿਆ। ਫਿਲਹਾਲ ਤਾਂ ਪਲੱਸ 2 'ਚ ਆ, ਔਰ ਇੱਕ ਲੋਕਡਾਊਨ ਦੇ ਕਰਕੇ ਸਟੱਡੀ ਵੀ ਜ਼ਿਆਦਾ ਹੋ ਰਹੀ ਆ, ਖਰਾਬ ਹੋ ਰਹੀ ਆ, ਕੁਝ ਇੰਨਾ ਨਹੀਂ ਪਤਾ ਲੱਗਦਾ ਹੈਗਾ, ਤਾਂ ਕਰਕੇ ਮਤਲਬ ਕਾਫੀ ਔਖਾ ਹੋਇਆ ਪਿਆ ਆ। ਬੱਚੇ ਕੀ ਕਹਿਣਾ ਚਾਹੋਗੇ? ਜਿਵੇਂ ਅੱਜ ਅਸੀਂ ਤੁਹਾਡੇ ਪਿੰਡ ਦੇ ਵਿੱਚ ਵਿਜ਼ਿਟ ਕੀਤਾ ਸੀਗਾ, ਵਿਜ਼ਿਟ ਦੇ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ, ਬਿਜਲੀ ਨਹੀਂ ਆਉਂਦੀ, ਪਾਣੀ ਨਹੀਂ ਆਉਂਦਾ। ਬੱਚੇ ਪ੍ਰੋਬਲਮ ਇਹ ਆ ਵੀ ਇੱਥੇ ਕਿਸੇ ਨੇ ਇਹ ਨਹੀਂ ਕਿਹਾ ਕਿ ਸਾਡੇ ਬੱਚੇ ਜਿਹੜੇ ਆ ਉਹ ਡਿਗਰੀਆਂ ਡਿਪਲੋਮੇ ਕਰਕੇ ਬੈਠੇ ਨੇ, ਉਹਨਾਂ ਲਈ ਜੋਬ ਦੇ ਪ੍ਰਬੰਧ ਕੀਤੇ ਜਾਣ। ਕਦੋਂ ਜੋਬ ਲੋਕ ਮੰਗਣਗੇ? ਕਦੋਂ ਲੋਕ ਜਾਗਰੂਕ ਹੋਣਗੇ? ਕੀ ਕਹਿਣਾ ਚਾਹੁੰਦੇ? ਤਾਂ ਫਿਰ ਹੁਣ ਲੋਕਾਂ ਤੇ ਡਿਪੈਂਡ ਆ, ਜਿੰਨੀ ਜੋਬ ਮੰਗਣੀ ਆ।
ਹਾਂਜੀ ਹੁਣ ਆਪਾਂ ਥੋੜੀ ਕਹਿ ਸਕਦੇ ਹੁਣ ਜਿਹੜੇ ਪੜ੍ਹੇ ਲਿਖੇ ਡਿਪਲੋਮਾ ਕੀਤੇ ਉਹ ਜੌਬ ਮੰਗਣਗੇ ਤਾਂ ਹੀ ਅੱਗੇ ਹੋਊਗਾ ਕੁਝ। ਬੱਚੇ ਮੈਂ ਨਾ ਬਹੁਤ ਸਾਰੇ ਬੱਚਿਆਂ ਨੂੰ ਮਿਲਣਾ ਚਾਹੁੰਦਾ ਸੀਗਾ ਅੱਜ, ਜਿਨ੍ਹਾਂ ਨੇ ਡਿਗਰੀ ਡਿਪਲੋਮੇ ਕੀਤੇ ਨੇ, ਪੜ੍ਹੇ ਲਿਖੇ ਨੇ, ਵੀ ਉਹਨਾਂ ਦੇ ਮਨ ਦੇ ਵਿੱਚ ਕੀ ਹੈ, ਵੀ ਉਹ ਕੀ ਕਰਨਾ ਚਾਹੁੰਦੇ ਨੇ। ਕੱਲ੍ਹ ਨੂੰ ਦੇਸ਼ ਦੀ ਵਾਗਡੋਰ ਤੁਸਾਂ ਨੇ ਸਾਂਭਣੀ ਹੈ, ਤੁਸੀਂ ਵੱਡੇ ਹੋ ਗਏ ਹੋ, ਬਜ਼ੁਰਗਾਂ ਨੇ ਦੁਨੀਆ ਤੋਂ ਕੁਝ ਚਲੇ ਜਾਣਾ, ਕੁਝ ਜ਼ਿਆਦਾ ਓਲਡ ਹੋ ਜਾਣਾ ਨਾ, ਤੇ ਤੁਸੀਂ ਦੇਸ਼ ਨੂੰ ਸਾਂਭਣਾ ਹੈ। ਕੀ ਕਹਿਣਾ ਚਾਹੋਗੇ? ਤੁਸੀਂ ਤਾਂ ਛੱਡ ਕੇ ਦੇਸ਼ ਨੂੰ ਜਾ ਰਹੇ ਹੋ, ਦੇਸ਼ ਨੂੰ ਕੌਣ ਸੰਭੂਗਾ? ਤੇ ਫਿਰ ਦੇਸ਼ ਨੂੰ ਸਾਂਭਣ ਲਈ ਤਾਂ ਗਵਰਨਮੈਂਟ ਨੂੰ ਪਤਾ ਹੋਣਾ ਚਾਹੀਦਾ ਕਿ ਇੱਥੇ ਸਾਰੀਆਂ ਫੈਸਿਲਿਟੀਜ਼ ਹੋਣੀਆਂ ਚਾਹੀਦੀਆਂ ਔਰ ਮਤਲਬ ਸਾਰੀ ਫੈਸਿਲਿਟੀਜ਼ ਹੋਣੀਆਂ ਚਾਹੀਦੀਆਂ ਤਾਂ ਕਰਕੇ ਲੋਕ ਇੱਥੇ ਰਹਿਣ, ਉਹਨਾਂ ਨੂੰ ਲੋੜ ਨਾ ਪਵੇ ਬਾਹਰ ਜਾਣ ਦੀ। ਇੱਥੇ ਕਈ ਜਿਨ੍ਹਾਂ ਡਿਪਲੋਮੇ ਡਿਗਰੀਜ਼ ਕੀਤੇ ਉਹ ਵੀ ਉੱਦਾਂ ਹੀ ਘੁੰਮਦੇ ਆ। ਨਿਰਾਸ਼ ਹੋ ਤੁਸੀਂ ਸਰਕਾਰਾਂ ਤੋਂ? ਹਾਂਜੀ ਬਹੁਤ ਜ਼ਿਆਦਾ। ਥੈਂਕ ਯੂ। ਹਾਂਜੀ ਥੈਂਕ ਯੂ। ਥੈਂਕ ਯੂ। ਬੱਚੇ ਨਿਰਾਸ਼ ਨੇ। ਇਸ ਦੇਸ਼ ਦੇ ਅੰਦਰ ਬੱਚੇ ਕੁਝ ਕਰਨਾ ਚਾਹੁੰਦੇ ਨੇ, ਅਫਸੋਸ ਇਹ ਕਿ ਬੱਚੇ ਚਾਹੁੰਦੇ ਨੇ ਕਿ ਅੱਛੀ ਫੈਸਿਲਿਟੀ ਹੋਵੇ, ਕਾਇਦਾ ਕਾਨੂੰਨ ਚੰਗਾ ਹੋਵੇ, ਰੁਜ਼ਗਾਰ ਦਾ ਪ੍ਰਬੰਧ ਹੋਵੇ, ਵਿਦੇਸ਼ ਜਾਣ ਦੀ ਲੋੜ ਨਹੀਂ ਹੈਗੀ, ਇੱਥੇ ਹੀ ਚੰਗਾ ਰੁਜ਼ਗਾਰ ਮਿਲੇ ਤਾਂ ਕੰਮ ਕਰਨ ਨੂੰ ਤਿਆਰ ਨੇ। ਬੱਚੇ ਕਿਹੜੀ ਕਲਾਸ 'ਚ ਪੜ੍ਹਦੇ ਹੋ? +2। ਕੀ ਬਣਨਾ ਵੱਡੇ ਹੋ ਕੇ? ਡਾਕਟਰ। ਇਹ ਕਿਹੜੇ MBBS MD? MBBS। MS का तो नहीं बनना? ਪਹਿਲਾਂ ਓਬਵੀਅਸਲੀ MBBS ਕਰਾਂਗੇ, ਦੈਨ ਉਸ ਤੋਂ ਬਾਅਦ ਕਿਸੇ ਚੀਜ਼ ਦੇ ਪਾਪਾ ਸਪੈਸ਼ਲ। ਕੀ ਕਰਦੇ ਨੇ? ਪਾਪਾ ਫਾਰਮਰ ਨੇ। ਫਾਰਮਰ। ਫਾਰਮਰ ਨੇ। ਕਿੰਨੀ ਜ਼ਮੀਨ ਹੈ? 8 ਕਿੱਲੇ। 8 ਕਿੱਲੇ। 1 ਕਿੱਲਾ ਨਹੀਂ 8 ਕਿੱਲੇ ਨੇ। 8 ਖੇਤ ਦੇ ਵਿੱਚ ਤੇ ਜੇ MS ਤੱਕ ਜਾਣਾ ਹੋਵੇ ਕਰੀਬ 1 ਕਰੋੜ ਦਾ ਖਰਚਾ। ਹਾਂਜੀ ਜ਼ਿਆਦਾ ਵੀ ਆ ਸਕਦਾ ਆ। 1 ਕਰੋੜ ਤੱਕ ਤਾਂ ਆ ਹੀ ਜਾਣਾ ਆ। ਤੇ 1 ਕਰੋੜ ਦਾ ਖਰਚਾ ਕਰਨ ਤੋਂ ਬਾਅਦ ਤੁਸੀਂ ਬਣੋਗੇ ਵੱਡੇ ਡਾਕਟਰ। ਹਾਂਜੀ। ਤੇ ਉਹ ਫਿਰ ਡਾਕਟਰ ਬਣ ਕੇ ਤੁਸੀਂ ਇੱਥੇ ਆਪਣੇ ਦੇਸ਼ ਦੇ ਵਿੱਚ ਪ੍ਰੈਕਟਿਸ ਕਰਨਾ ਚਾਹੋਗੇ ਕਿ ਵਿਦੇਸ਼ 'ਚ? ਫਿਲਹਾਲ ਇੱਥੇ ਇੰਡੀਆ ਦੇ ਤਾਂ ਕੋਈ ਐਨੀ ਮਤਲਬ ਕਿ ਹੈ ਨਹੀਂਗਾ, ਕਰਪਸ਼ਨ ਬਹੁਤ ਹੈ ਇੰਡੀਆ 'ਚ ਆਪਣੇ, ਇਸ ਕਰਕੇ ਕੋਈ ਇੱਧਰ ਸਟੱਡੀ ਨਹੀਂ ਕਰਨਾ ਚਾਹੁੰਦਾ ਹੈਗਾ। ਦੈਨ ਮਾਈਂਡਸੈਟ ਚੇਂਜ ਹੋ ਜਾਂਦਾ ਬੰਦੇ ਦਾ ਵੀ ਇੱਧਰ ਸਟੱਡੀ ਕਰਨ ਦਾ ਫਾਇਦਾ ਨਹੀਂ ਹੈਗਾ, ਫੋਰਨ ਜਾ ਕੇ ਸਟੱਡੀ ਕਰਨ ਦਾ ਫਾਇਦਾ ਆ, ਬਿਕੋਜ਼ ਇੱਧਰ ਇੰਨੀ ਫੈਸਿਲਿਟੀਜ਼ ਨਹੀਂ ਹੈਗੀਆਂ ਜਿੰਨੀਆਂ ਫੋਰਨ ਵਿੱਚ ਪ੍ਰੋਵਾਈਡ ਕਰਦੇ ਆ। ਇੱਧਰ ਜੇ ਸਟੂਡੈਂਟ ਵਧੀਆ ਪਰਫਾਰਮ ਵੀ ਕਰਦਾ ਹੈ ਨਾ, ਦੈਨ ਜਿਹੜੇ MLA ਵਗੈਰਾ ਆ MP ਆ ਉਹ ਆਪਣੇ ਸਟੂਡੈਂਟਸ ਨੂੰ ਸੀਟ ਦਵਾ ਦਿੰਦੇ ਆ, ਇਸ ਕਰਕੇ ਇੱਧਰ ਸਟੱਡੀ ਕਰਨ ਦਾ ਫਾਇਦਾ ਹੀ ਨਹੀਂ ਹੈਗਾ, ਫੋਰਨ 'ਚ ਵਧੀਆ ਨਾ। ਬੱਚੇ ਕਦੀ ਤੁਸੀਂ ਇਕੱਠੇ ਹੋ ਕੇ, ਮੰਨ ਲਓ ਪੜ੍ਹੇ ਲਿਖੇ ਬੱਚੇ ਨੇ, ਡਿਗਰੀ ਡਿਪਲੋਮੇ ਹੋਲਡਰ ਬੱਚੇ ਨੇ, ਤੁਸੀਂ ਇਕੱਠੇ ਹੋ ਕੇ ਕਦੀ ਟੈਲੀਫੋਨ ਕਰਕੇ ਪਿੰਡ ਦੇ ਵਿੱਚ MLA ਜਾਂ MP ਨੂੰ ਕਦੀ ਕਾਲ ਕਰਕੇ ਸੱਦਿਆ ਹੋਵੇ ਸਾਡੀਆਂ ਸਮੱਸਿਆਵਾਂ ਸੁਣੋ, ਸਾਡੀ ਐਜੂਕੇਸ਼ਨ ਜਿਹੜੀ ਹੈ, ਜਿਵੇਂ ਤੁਸੀਂ ਦੱਸਿਆ ਕਿ ਡਾਕਟਰ ਬਣਨ ਦੇ ਲਈ ਕਰੀਬ 1 ਕਰੋੜ ਰੁਪਈਆ ਚਾਹੀਦਾ, ਕਰੋੜ ਰੁਪਈਆ ਖਰਚਣ ਤੋਂ ਬਾਅਦ ਤੁਸੀਂ ਡਾਕਟਰ ਬਣ ਵੀ ਗਏ, ਡਾਕਟਰ ਬਣਨ ਤੋਂ ਬਾਅਦ ਜੌਬ ਮਿਲਦੀ ਕਿ ਨਹੀਂ ਮਿਲਦੀ, ਫਿਰ 10 ਕਰੋੜ ਰੁਪਈਆ ਤੁਹਾਨੂੰ ਹਸਪੀਟਲ ਤੇ ਲਾਉਣਾ ਪੈਂਦਾ, ਮਸ਼ੀਨਰੀ ਮਾਪੇ ਇੰਨੇ ਅਫੋਰਡ ਨਹੀਂ ਕਰ ਸਕਣਗੇ। ਕਦੀ MLA ਨਾਲ ਸਲਾਹ ਕੀਤੀ ਵੀ ਤੁਸੀਂ ਕਾਹਦੇ ਲਈ ਆ? MLA ਵਗੈਰਾ ਆਉਂਦੇ ਵੀ ਆ, ਜੇ ਉਹਨਾਂ ਨੂੰ ਲੈਟਰ ਵਗੈਰਾ ਲਿਖ ਕੇ ਵੀ ਦਿਓ ਨਾ ਸਾਡੇ ਪਿੰਡ ਵਿੱਚ ਆਹ ਪ੍ਰੋਬਲਮ ਆ ਜਾਂ ਤੁਸੀਂ ਸੋਲਿਊਸ਼ਨ ਦਿਓ ਕੋਈ, ਉਹ ਕਹਿ ਦੇਣਗੇ ਓਕੇ ਠੀਕ ਆ, ਮੁੜ ਕੇ ਨਹੀਂ ਆਉਂਦੇ ਹੈਗੇ। ਮੁੜ ਕੇ ਕਹਿੰਦੇ ਇੱਦਾਂ ਜਿਵੇਂ ਮੈਂ ਤੁਹਾਡੇ ਨਾਲ ਡਿਬੇਟ ਕਰ ਰਿਹਾ, ਤੁਹਾਡੇ ਤੋਂ ਸਵਾਲ ਪੁੱਛ ਰਹੇ ਹਾਂ, ਆਪਾਂ ਜਵਾਬ ਤਲਬੀ ਕਰ ਰਹੇ ਹੋ, ਕਦੀ MLA MP ਦੇ ਨਾਲ ਇੱਦਾਂ ਗੱਲਬਾਤ ਕੀਤੀ ਵੀ MP ਸਾਹਿਬ ਤੁਹਾਨੂੰ ਅਸੀਂ ਤਨਖਾਹ ਦਿੰਦੇ ਹੋ, MLA ਸਾਹਿਬ ਤੁਹਾਨੂੰ ਅਸੀਂ ਤਨਖਾਹ ਦਿੰਦੇ ਹੋ, ਸਾਡੀ ਜੌਬ ਦਾ ਪ੍ਰਬੰਧ ਕਰੋ, ਸਾਡੀ ਐਜੂਕੇਸ਼ਨ ਜਿਹੜੀ ਸਾਡੇ ਪਾਪਾ ਖਰਚਾ ਦਿੰਦੇ ਨੇ ਉਹ ਸਰਕਾਰ ਦੇਵੇ? ਕਦੀ ਇਦਾਂ ਡਿਬੇਟ ਕੀਤੀ MLA MP ਨਾਲ? ਨਹੀਂ। ਕਿਉਂ? ਕਦੇ ਮਿਲੇ ਨਹੀਂ ਨਾ। ਨਹੀਂ ਟੈਲੀਫੋਨ ਕਰਕੇ ਸੱਦੋ, ਉਹ ਕਹਿ ਦਿੰਦੇ ਸਾਡੇ ਕੋਲ ਟਾਈਮ ਨਹੀਂ ਹੈਗਾ ਨਾ। ਦੂਜੇ ਦਿਨ ਆ ਜਾਣਗੇ। MP MLA ਇੰਨੇ ਅਵੇਲੇਬਲ ਹੀ ਨਹੀਂ ਹੈਗਾ, ਸਿਰਫ ਪ੍ਰੋਗਰਾਮਸ ਤੇ ਜਾਂਦੇ ਜਿੱਥੇ ਉਹਨਾਂ ਨੂੰ ਮਨੀ ਮਿਲਦੀ ਆ। ਬੱਚੇ ਸੁਧਾਰਨ ਜਿਹੇ ਪਿੰਡ ਦੇ ਵਿੱਚ ਕਿਸੇ ਬੁੜੇ ਦਾ ਇਕੱਠ ਹੋਵੇ ਉੱਥੇ ਵੀ ਗਏ ਹੁੰਦੇ, ਤੁਸੀਂ ਕਦ ਨਹੀਂ ਸੱਦੇ? ਨਹੀਂ ਮੈਂ ਤਾਂ ਕਦੇ ਦੇਖੇ ਨਹੀਂ ਇੱਥੇ ਪਿੰਡ ਵਿੱਚ, ਕਦੇ ਕਿਸੇ ਵੀ ਨਾਰਮਲ ਪਰਸਨ ਦੇ ਇਕੱਠ ਤੇ ਆਏ ਹੋਏ। ਬੱਚੇ ਤੁਸੀਂ ਕਦੀ ਟੈਲੀਫੋਨ ਨਹੀਂ ਕੀਤਾ ਨਾ? ਨਹੀਂ। ਹੁਣ ਟੈਲੀਫੋਨ ਕਰਕੇ, ਜਿਹਦਾ ਪਿੰਡ ਮੋਰੋ ਦੇ ਵਿੱਚ ਐ ਮੈਂ, ਤੁਹਾਡੇ ਵਰਗੇ ਜਿਹੜੇ ਪੜ੍ਹੇ ਲਿਖੇ ਬੱਚੇ ਨੇ, ਤੁਸੀਂ ਟੈਲੀਫੋਨ ਕਰਕੇ MLA MP ਨੂੰ ਬੁਲਾ ਕੇ ਚੌਂਤੇ ਤੇ ਬਿਠਾਲ ਕੇ ਤੁਸੀਂ ਪੁੱਛੋਗੇ ਵੀ ਸਾਡੀ ਜੌਬ, ਸਾਡੀ ਐਜੂਕੇਸ਼ਨ ਦਾ ਪ੍ਰਬੰਧ ਕਿਵੇਂ ਕਰਨਾ? ਜੇ ਪੁੱਛਾਂਗੇ ਤਾਂ ਉਹਨਾਂ ਨੇ ਕੀ ਕਹਿਣਾ? ਤੁਸੀਂ ਉਹ ਕੀ ਕਹਿੰਦੇ ਬਾਅਦ ਦੀ ਗੱਲ ਹੈ, ਤੁਸੀਂ ਪੁੱਛੋਗੇ? ਪੁੱਛਾਂਗੇ ਤੁਸੀਂ ਫੈਸਿਲਿਟੀਜ਼ ਵਧੀਆ ਪ੍ਰੋਵਾਈਡ ਕਰੋਗੇ ਸਾਨੂੰ? ਜੇ ਅਸੀਂ ਇੱਧਰ ਰਹਿ ਕੇ ਸਟੱਡੀ ਕਰਨਾ ਚਾਹੁੰਦੇ ਤਾਂ ਸਾਨੂੰ ਵਧੀਆ ਫੈਸਿਲਿਟੀਜ਼ ਪ੍ਰੋਵਾਈਡ ਕਰਾਂਗੇ ਜਿੱਦਾਂ ਫੋਰਨ ਕੰਟਰੀਜ਼ ਪ੍ਰੋਵਾਈਡ ਕਰਦੀਆਂ ਆ। ਬੱਚੇ ਇਹ ਤੁਹਾਨੂੰ ਪਤਾ ਹੈ ਕਿ ਹਰ ਦੇਸ਼ ਦੇ ਵਿੱਚ ਦੇਸ਼ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ ਹਰ ਸਟੂਡੈਂਟ ਨੂੰ ਪੜ੍ਹਾਉਣਾ, ਖਰਚਾ ਸਰਕਾਰ ਦਿੰਦੀ ਹੈ, ਇਲਾਜ ਸਰਕਾਰ ਕਰਾਉਂਦੀ ਹੈ, ਜੌਬ ਦਾ ਪ੍ਰਬੰਧ ਸਰਕਾਰ ਕਰਦੀ ਆ। ਦੇਸ਼ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਤੁਸੀਂ ਪੁੱਛਦੇ ਨਹੀਂ, ਕਿਤੇ ਨਾ ਕਿਤੇ ਕਸੂਰ ਸਾਡੇ 'ਚ ਵੀ ਲੱਗਦਾ ਨਾ।
ਕਸੂਰ ਸਾਡੇ 'ਚ ਘੱਟ, ਸਰਕਾਰਾਂ 'ਚ ਜ਼ਿਆਦਾ ਆ। ਜਦੋਂ ਤੁਸੀਂ ਪੁੱਛਦੇ ਨਹੀਂ ਬੱਚੇ ਕਦੇ ਤੇ ਤੁਸੀਂ ਉਹ ਕਿੱਦਾਂ ਆਉਣਗੇ ਉਹਨਾਂ ਨੂੰ ਉਹ ਚਾਹੁੰਦੇ ਵੀ ਇਹ ਸੁੱਤੇ ਹੋ ਆ ਲੋਕ। ਸੁੱਤਿਆਂ ਦੀ ਗੱਲ ਨਹੀਂ ਹੈਗੀ, ਆਪਾਂ ਇੰਨਾ ਟੀਵੀ ਤੇ ਦੇਖ ਰਹੇ ਆ, ਫਾਰਮਰਸ ਇੰਨਾ ਪ੍ਰੋਟੈਸਟ ਕਰ ਰਹੇ ਆ, ਉਹਨਾਂ ਦੀ ਗੱਲ ਨਹੀਂ ਸੁਣਨੀ ਤਾਂ ਸਾਡੇ ਵਰਗੇ ਆਮ ਲੋਕਾਂ ਦੀ ਇੱਕ ਬੰਦੇ ਦੀ ਗੱਲ ਸੁਣਾ ਕੇ ਦੇਖੋ। ਕਿੱਦਾਂ ਸੁਣਾ ਕੇ ਦੇਖਾਂਗੇ? ਇੱਥੇ ਕੱਕੇ ਤੁਸੀਂ ਮੀਡੀਆ ਥਰੂ ਜੇ ਕੋਈ ਬੰਦਾ ਆਪਣੀ ਆਵਾਜ਼ ਉਠਾਉਂਦਾ ਹੈ ਤਾਂ ਉਹ ਆਵਾਜ਼ ਨੂੰ ਦਬਾ ਦਿੰਦੇ ਆ। ਕਦੇ ਇਹ ਨਹੀਂ ਕਹੋਗੇ ਵੀ ਹਾਂ ਕੋਈ ਬੰਦਾ ਵਧੀਆ ਕਿਸੇ ਚੀਜ਼ ਬਾਰੇ ਦੱਸ ਰਿਹਾ ਹੈ ਨਾ, ਆਪਣੇ ਪਿੰਡ ਬਾਰੇ ਦੱਸ ਰਿਹਾ ਵੀ ਸਾਡੇ ਪਿੰਡ 'ਚ ਇਹ ਪ੍ਰੋਬਲਮ ਆ, ਉਹ ਕਦੇ ਨਹੀਂ ਕਹੋਗੇ ਵੀ ਹਾਂ ਵਧੀਆ ਗੱਲ ਦੱਸ ਰਿਹਾ ਵੀ ਸਾਨੂੰ ਉੱਥੇ ਜਾ ਕੇ ਦੇਖਣਾ ਚਾਹੀਦਾ। ਕਦੇ ਨਹੀਂ ਜਾਣਗੇ, ਉੱਥੇ ਜਾਣਗੇ ਜਿੱਥੇ ਉਹਨਾਂ ਨੂੰ ਮਨੀ ਮਿਲਦੀ ਹੈ, ਜਿੱਥੇ ਉਹਨਾਂ ਦੀ ਪਰਸਨੈਲਿਟੀ ਹੋਰ ਡਿਵੈਲਪ ਹੁੰਦੀ ਆ। ਬੱਚੇ ਤੁਸੀਂ ਜਿਵੇਂ ਪੜ੍ਹਦੇ ਹੋ, ਤੁਸੀਂ ਇਹ ਦੱਸੋ ਵੀ ਜਿਹੜਾ MLA ਆ ਉਹਨੂੰ ਤਨਖਾਹ ਕੌਣ ਦਿੰਦਾ? MLA ਨੂੰ ਤਨਖਾਹ ਗਵਰਨਮੈਂਟ ਦਿੰਦੀ ਆ। ਗਵਰਨਮੈਂਟ ਕੋਲ ਪੈਸਾ ਕਿੱਥੋਂ ਜਾਂਦਾ? ਟੈਕਸ ਥਰੂ। ਟੈਕਸ ਕੌਣ ਦਿੰਦਾ? ਆਮ ਲੋਕ। ਆਮ ਲੋਕ ਕੌਣ ਨੇ? ਆਪਾਂ। ਜਦੋਂ ਤੁਸੀਂ ਤਨਖਾਹ ਦਿੰਦੇ ਹੋ ਤੁਸੀਂ ਉਹਨੂੰ ਫੋਨ ਕਰਕੇ ਪੁੱਛਦੇ ਕਦ ਨਹੀਂ ਆ ਕੰਮ ਨਹੀਂ ਕਰਦਾ, ਕੰਮ ਨਹੀਂ ਕਰਦਾ? ਨੌਕਰ ਜਿਹੜਾ ਹੈ, ਜਦੋਂ ਤੁਸੀਂ ਫਾਰਮਰ ਹੋ, ਤੁਹਾਡੇ ਪਾਪਾ ਫਾਰਮਰ ਹੈ, ਕਿਸਾਨ ਹੈ, ਤੁਸੀਂ ਜਿਹੜਾ ਨੌਕਰ ਰੱਖਿਆ ਹੈ, ਚਾਹੇ ਪ੍ਰਵਾਸੀ ਮਜ਼ਦੂਰ ਜਾਂ ਇੱਥੋਂ ਦਾ ਰੱਖਿਆ, ਉਹਦੇ ਕੋਲੋਂ ਕੰਮ ਕਰਾਉਂਦੇ ਹੋ, ਪੈਸੇ ਦਿੰਦੇ ਹੋ, ਤੇ MLA ਕੋਲ ਕਿਉਂ ਇਦਾਂ ਵੀ ਉਹ ਵੀ ਤਾਂ ਕੰਮ ਕਰਨ ਦਾ ਨੌਕਰ ਹੀ ਆ ਲੋਕਾਂ ਦਾ? ਹੈਗੇ ਤਾਂ ਨੌਕਰ ਆ, ਬਟ ਉਹ ਆਪਣੇ ਆਪ ਨੂੰ ਨੌਕਰ ਨਹੀਂ ਸਮਝਦੇ ਨਾ। ਤੁਸੀਂ ਤਾਂ ਸਮਝੋ ਵੀ ਉਹ ਸਾਡਾ ਨੌਕਰ ਹੈ। ਅਸੀਂ ਕਿੱਦਾਂ ਸਮਝ ਸਕਦੇ ਜਦੋਂ ਬੰਦਾ ਆਂਦਾ ਹੀ ਨਹੀਂ ਹੈਗਾ? ਬੱਚੇ ਤੁਸੀਂ ਟੈਲੀਫੋਨ ਹੀ ਨਹੀਂ ਕਰਦੇ। ਟੈਲੀਫੋਨ ਅਸੀਂ ਜੇ ਕਰਾਂਗੇ, ਉਹ ਆਪਣੇ ਆਪ ਨੂੰ ਇੰਨੇ ਬਿਜ਼ੀ ਸਮਝਦੇ, ਉਹ ਫੋਨ ਹੀ ਨਹੀਂ ਚੱਕਦੇ ਹੈਗੇ। ਨਹੀਂ, ਇਸ ਤਰ੍ਹਾਂ ਨਹੀਂ ਹੈ ਬੱਚੇ। ਬਹੁਤ ਤੁਹਾਡਾ ਧੰਨਵਾਦ। ਓਕੇ, ਥੈਂਕ ਯੂ ਵੈਰੀ ਮਚ। ਤੁਸੀਂ ਸਾਡੀ ਗੱਲਾਂ ਸੁਣੀਆਂ, ਡਿਬੇਟ ਕੀਤੀ ਸਾਡੇ ਨਾਲ। ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਸਵਾਲ ਬਹੁਤ ਵੱਡੇ ਵੱਡੇ ਖੜਦੇ ਨੇ, ਖਾਸ ਕਰਕੇ ਮੇਰੇ ਨਾਲ ਇਸ ਵੇਲੇ ਪੜ੍ਹੇ ਲਿਖੇ ਪੜ੍ਹ ਰਹੇ ਬੱਚੇ ਨੇ। ਇਹਨਾਂ ਦੇ ਮਨ 'ਚ ਹਜੇ ਤੱਕ ਇਹ ਵਹਿਮ ਬੈਠਿਆ ਹੋਇਆ ਕਿ MLA MP ਕਿਸੇ ਦੀ ਗੱਲ ਨਹੀਂ ਸੁਣਦੇ। ਅਫਸੋਸ ਇਹ ਰਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਇਹ ਬੱਚੇ ਉਹਨਾਂ ਨੂੰ ਗੱਲ ਸੁਣਾਉਣਗੇ, ਤੇ ਮੈਨੂੰ ਆਸ ਹੈ ਕਿ ਅੱਜ ਦੀ ਜਿਹੜੀ ਸਾਡਾ ਇਸ ਪਿੰਡ ਦਾ ਗੇੜਾ ਕੁਝ ਨਾ ਕੁਝ ਇਹਦੇ ਨਾਲ ਲੋਕਾਂ ਦੇ ਵਿੱਚ ਜਾਗਰੂਕਤਾ ਆਏਗੀ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਤੋਂ ਪਹਿਲਾਂ ਆਉਣ ਵਾਲੇ ਪਿੰਡਾਂ ਦੇ ਵਿੱਚ ਲੀਡਰਾਂ ਨੂੰ ਸਵਾਲ ਕਰੋਗੇ, ਨੌਜਵਾਨ ਇਕੱਠੇ ਹੋ ਕੇ ਪੁੱਛਣਗੇ ਕਿ ਸਾਡੀ ਰੁਜ਼ਗਾਰ ਦਾ ਪ੍ਰਬੰਧ ਕਿਹਨੇ ਕਰਨਾ। ਇਸ ਤਰ੍ਹਾਂ ਦੀਆਂ ਸਾਡੀਆਂ ਧੀਆਂ ਪੜ੍ਹੀਆਂ ਲਿਖੀਆਂ ਵਿਦੇਸ਼ਾਂ ਨੂੰ ਜਾ ਰਹੀਆਂ, ਆਈਲੈਟ ਕਰਕੇ ਜਾਣਾ ਮਾੜੀ ਗੱਲ ਨਹੀਂ ਹੈ, ਪਰ ਮਜਬੂਰ ਹੋ ਕੇ ਜਾਣਾ ਮਾੜੀ ਗੱਲ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਤੁਸੀਂ ਦੇਖਦੇ ਰਹੋ ਕਾਂਚੀ TV। ਜੈ ਗੁਰਦੇਵ, ਧੰਨ ਗੁਰਦੇਵ।